ਆਖਣ ਆਖ ਨਾ ਰਜਿਆ, ਆਖਣ ਆਖ ਨਾ ਰਜਿਆ, ਸੁਣਨ ਨ ਰਜੇ ਕੰਨ, ਸੁਣਨ ਨ ਰਜੇ ਕੰਨ, ਸੁਣਨ ਨ ਰਜੇ ਕੰਨ, ਸੁਣਨ ਨ ਰਜੇ ਕੰਨ, ਅੱਖੀ ਦੇਖ ਨ ਰਜੀਆਂ, ਗੁਣ ਗਾਹਕ ਇੱਕ ਵੰਨ, ਗੁਣ ਗਾਹਕ ਇੱਕ ਵੰਨ, ਗੁਣ ਗਾਹਕ ਇੱਕ ਵੰਨ, ਗੁਣ ਗਾਹਕ ਇੱਕ ਵੰਨ। ਭੁੱਖਿਆ ਭੁੱਖ ਨਾ ਉਤਰੈ, ਭੁੱਖਿਆ ਭੁੱਖ ਨਾ ਉਤਰੈ, ਗਲੀ ਭੁੱਖ ਨਾ ਜਾਏ, ਗਲੀ ਭੁੱਖ ਨਾ ਜਾਏ, ਗਲੀ ਭੁੱਖ ਨਾ ਜਾਏ, ਗਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰਜੈ, ਨਾਨਕ ਭੁੱਖਾ ਤਾਂ ਰਜੈ, ਜਾਂ ਗੁਣ ਕਹਿ ਗੁਣੀ ਸਮਾਏ, ਜਾਂ ਗੁਣ ਕਹਿ ਗੁਣੀ ਸਮਾਏ, ਜਾਂ ਗੁਣ ਕਹਿ ਗੁਣੀ ਸਮਾਏ, ਜਾਂ ਗੁਣ ਕਹਿ ਗੁਣੀ ਸਮਾਏ। ਅੱਖੀ ਦੇਖ ਨ ਰਜੀਆਂ, ਗੁਣ ਗਾਹਕ ਇੱਕ ਵੰਨ, ਗੁਣ ਗਾਹਕ ਇੱਕ ਵੰਨ। ਵਾਹਿਗੁਰੂ ਸਾਹਿਬ ਜੀਓ। ਮਹੱਲਾ ਦੂਜਾ। ਆਖਣ ਆਖ ਨਾ ਰਜਿਆ, ਸੁਣਨ ਨਾ ਰਜੇ ਕੰਨ, ਅੱਖੀਂ ਦੇਖ ਨਾ ਰਜੀਆਂ, ਗੁਣ ਗਾਹਕ ਇੱਕ ਵੰਨ। ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੈ, ਜਾਂ ਗੁਣ ਕਹਿ ਗੁਣੀ ਸਮਾਏ। ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੈ, ਜਾਂ ਗੁਣ ਕਹਿ ਗੁਣੀ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕੇ ਜੀਵਨ ਦਾ ਲਾਹਾ ਆਪ ਜੀ ਇਸ ਅੰਮ੍ਰਿਤ ਵੇਲੇ ਵਿੱਚ ਪ੍ਰਾਪਤ ਕਰ ਰਹੇ ਹੋ। ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ, ਉਹਨਾਂ ਦੀ ਬਾਣੀ ਵਿੱਚੋਂ ਅੱਜ ਦਾ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ
ਅੱਜ ਜੋ ਕਿਰਪਾਲਤਾ ਕੀਤੀ ਹੈ, ਇਸ ਪਾਵਨ ਸ਼ਲੋਕ ਅੰਦਰ ਸਰੀਰ ਦੀਆਂ ਜੋ ਤ੍ਰਿਸ਼ਨਾਵਾਂ ਹਨ, ਮਨ ਦੀਆਂ ਭੁੱਖਾਂ ਹਨ, ਉਹਨਾਂ ਦਾ ਵਰਣਨ ਹਜ਼ੂਰ ਨੇ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਨੇਕ ਤਰ੍ਹਾਂ ਦੀਆਂ ਤ੍ਰਿਸ਼ਨਾਵਾਂ ਔਰ ਭੁੱਖਾਂ ਬਾਣੀ ਵਿੱਚ ਦਰਜ ਕੀਤੀਆਂ ਗਈਆਂ ਹਨ ਔਰ ਉਹਨਾਂ ਦਾ ਕਾਰਨ ਵੀ ਸਤਿਗੁਰੂ ਨੇ ਦੱਸਿਆ ਹੈ। ਸ੍ਰੀ ਰਾਗ ਦੀ ਪਵਿੱਤਰ ਬਾਣੀ ਵਿੱਚ ਕਈ ਤਰ੍ਹਾਂ ਦੇ ਰਸ ਸਰੀਰ ਦੇ ਸਾਹਿਬ ਨੇ ਬਿਆਨ ਕੀਤੇ ਔਰ ਉਹਨਾਂ ਦਾ ਫਿਰ ਕਾਰਨ ਵੀ ਹਜ਼ੂਰ ਨੇ ਦੱਸਿਆ ਹੈ। ਆਖਣ ਆਖ ਨਾ ਰੱਜਿਆ, ਨਾ ਤਾਂ ਜ਼ੁਬਾਨ ਕਹਿ ਕਹਿ ਕੇ ਬੋਲ ਬੋਲ ਕੇ ਕਦੀ ਰੱਜੀ ਹੈ, ਭਾਵ ਨਿੰਦਿਆ ਕਰ ਕਰਕੇ ਕਦੀ ਜ਼ੁਬਾਨ ਨੂੰ ਤ੍ਰਿਪਤੀ ਨਹੀਂ ਆਉਂਦੀ। ਆਪਣੀ ਵਡਿਆਈ ਸੁਣ ਸੁਣ ਕੇ ਵੀ ਮਨੁੱਖ ਉਹਦੇ ਕੰਨ ਕਦੀ ਤ੍ਰਿਪਤ ਨਹੀਂ ਹੁੰਦੇ। ਅੱਖਾਂ ਜੋ ਹਨ ਉਹ ਦੇਖ ਦੇਖ ਕੇ ਸੰਸਾਰ ਨੂੰ ਰੱਜਦੀਆਂ ਨਹੀਂ। ਇਹ ਇੱਕ ਇੱਕ ਤਰ੍ਹਾਂ ਦੀ ਸੰਸਾਰ ਦੀ ਸਰੀਰ ਦੀ ਭੁੱਖ ਹੈ। ਵੈਸੇ ਜਦੋਂ ਸਰੀਰ ਬਣਾਇਆ ਪਰਮੇਸ਼ਰ ਨੇ ਗੁਰਬਾਣੀ ਅਨੁਸਾਰ ਇਸ ਸਰੀਰ ਦੀ ਆਰੰਭਤਾ ਕੀਤੀ ਤਾਂ ਉਦੋਂ ਇਹਦੇ ਵਿੱਚ ਕੋਈ ਤ੍ਰਿਸ਼ਨਾ ਨਹੀਂ ਸੀ। ਉਸ ਵੇਲੇ ਹਜ਼ੂਰ ਨੇ ਬਚਨ ਕੀਤਾ ਕਿ ਕੇਵਲ ਬੰਦਗੀ ਕਰਨੀ ਹੀ ਇਸ ਦਾ ਇੱਕ ਇਹਦੀ ਭੁੱਖ ਸੀ, ਇੱਕ ਤ੍ਰਿਸ਼ਨਾ ਸੀ ਔਰ ਲਿਵ ਦੇ ਵਿੱਚ ਇਹਦਾ ਜੀਵਨ ਜਨਮ ਤੋਂ ਪਹਿਲਾਂ ਮਾਂ ਦੇ ਗਰਭ ਵਿੱਚ ਲਿਵ ਦੇ ਅੰਦਰ ਸੀ। ਜਦੋਂ ਇਹਨੇ ਜਨਮ ਲਿਆ, ਜਨਮ ਲੈਂਦਿਆਂ ਸਾਰ ਬਾਹਰ ਮਾਇਆ ਜਿਹੜੀ ਹੈ ਉਹਦਾ ਪ੍ਰਭਾਵ ਪਿਆ ਉਹਦੇ ਨਾਲ। ਫਿਰ ਇਸ ਦੇ ਜਿਹੜੀ ਲਿਵ ਸੀ ਅੰਦਰੋਂ ਸ਼ਬਦ ਨਾਲ ਜੁੜਿਆ ਹੋਇਆ ਸੀ ਉਹ ਟੁੱਟ ਗਈ। ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਹਨ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇੱਥੇ ਮਾਇਆ ਸੀ, ਜਨਮ ਲੈਂਦਿਆਂ ਸਾਰ ਲਿਵ ਜਿਹੜੀ ਹੈ ਉਹ ਟੁੱਟ ਗਈ, ਲਿਵ ਖਤਮ ਹੋ ਗਈ ਤੇ ਲਿਵ ਦੇ ਤੋੜਨ ਦੀ ਜ਼ਰੂਰਤ ਸੀ ਪ੍ਰਮਾਤਮਾ ਨੂੰ, ਤਾਂ ਕਿ ਜੀਵ ਜਿਹੜਾ ਹੈ ਉਹ ਬਾਹਰ ਮੁਖੀ ਦੁਨੀਆ ਨਾਲ ਜੁੜ ਸਕੇ, ਇਹਦਾ ਜੋੜ ਬਾਹਰ ਪਵੇ, ਸੰਸਾਰ ਵੱਲ ਇਹਦੀ ਥੋੜੀ ਜਿਹੀ ਤ੍ਰਿਸ਼ਨਾ ਜਾਗੇ। ਇਹ ਪ੍ਰਮਾਤਮਾ ਨੇ ਆਪ ਇਹਦੇ ਸਰੀਰ ਵਿੱਚ ਪਾਈ ਸੀ। ਇਹਦੀ ਜ਼ਰੂਰਤ ਸੀ ਕਿ ਇਹਦੀ ਪਕੜ ਥੋੜੀ ਜਿਹੀ ਸੰਸਾਰ ਨਾਲ ਜ਼ਰੂਰ ਬਣੇ ਤਾਂ ਕਿ ਇਹ ਵੇਖ ਸਕੇ, ਇਹ ਖੋਜ ਕਰੇ, ਇਹ ਕੰਮ ਕਰੇ, ਇਹਨੂੰ ਭੁੱਖ ਲੱਗੇ, ਇਹ ਸੰਸਾਰ ਦਾ ਵਿਕਾਸ ਕਰੇ, ਸੰਸਾਰ ਦੇ ਵਿੱਚ ਜਿੰਦਾ ਰਹਿ ਸਕੇ। ਇਸ ਕਰਕੇ ਥੋੜੀ ਜਿਹੀ ਪਕੜ ਪਾਈ ਪ੍ਰਮਾਤਮਾ ਨੇ ਦੇ ਮਨ ਵਿੱਚ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪਵਿੱਤਰ ਬਾਣੀ ਵਿੱਚ ਫਰਮਾਨ ਕੀਤਾ ਹੈ, ਕਹਿੰਦੇ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਪਰਮਾਤਮਾ ਨੇ ਇੱਥੇ ਮੋਹ ਦੇ ਅਰਥ ਨੇ ਸੰਸਾਰ ਦੀ ਪਕੜ ਆਪ ਪੈਦਾ ਕੀਤੀ ਹੈ, ਮੋਹ ਆਪ ਪੈਦਾ ਕੀਤਾ, ਕਿਉਂਕਿ ਉਹਨੇ ਸੰਸਾਰ ਨੂੰ ਚਲਾਉਣਾ ਸੀ, ਸੰਸਾਰ ਨੂੰ ਅੱਗੇ ਵਧਾਉਣਾ ਸੀ। ਹੁਣ ਇਹ ਮੋਹ ਦੀ ਪਕੜ ਜਿਹੜੀ ਤ੍ਰਿਸ਼ਨਾ ਦੀ ਪਕੜ ਕਈ ਤਰ੍ਹਾਂ ਦੀ ਅੰਦਰ ਬਣ ਗਈ ਔਰ ਇਹਨੇ ਇਹਨੂੰ ਸਹਿਜੇ ਸਹਿਜੇ ਵਧਾਉਣਾ ਸ਼ੁਰੂ ਕਰ ਦਿੱਤਾ। ਸਹਿਜੇ ਸਹਿਜੇ ਇਹ ਕੰਟਰੋਲ ਤੋਂ ਬਾਹਰ ਹੁੰਦੀ ਗਈ, ਕੰਟਰੋਲ ਤੋਂ ਹੱਥਾਂ ਵਿੱਚੋਂ ਜੀਵਨ ਨਿਕਲਦਾ ਗਿਆ। ਇੱਕ ਦਿਨ ਐਸਾ ਆਇਆ
ਕਿ ਤ੍ਰਿਸ਼ਨਾ ਵੱਡੀ ਹੋ ਗਈ ਤੇ ਮਨੁੱਖ ਛੋਟਾ ਰਹਿ ਗਿਆ। ਕਈ ਤਰ੍ਹਾਂ ਦੀ ਤ੍ਰਿਸ਼ਨਾ ਨੇ ਇਹਨੂੰ ਆਪਣੇ ਘੇਰੇ ਵਿੱਚ ਲੈ ਲਿਆ। ਆਦਮੀ ਇਹਦਾ ਗੁਲਾਮ ਬਣ ਗਿਆ। ਪਰਮਾਤਮਾ ਦੀ ਯਾਦ ਇਹਦੇ ਵਾਸਤੇ ਛੋਟੀ ਰਹਿ ਗਈ। ਸੰਸਾਰ ਦੀ ਤ੍ਰਿਸ਼ਨਾ ਇੰਨੀ ਵੱਧ ਗਈ ਕਿ ਜੀਵਨ ਵਿੱਚ ਇਹਦਾ ਕੰਟਰੋਲ ਕਰਨਾ ਇਹਦੇ ਤੋਂ ਮੁਸ਼ਕਲ ਹੋ ਗਿਆ। ਇਹ ਫਿਰ ਉਹਦੀ ਪਕੜ ਵਿੱਚ ਆਪ ਆ ਗਿਆ। ਸਹਿਸ ਖਟੈ ਲਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਫਿਰ ਭੁੱਖ ਕਦੀ ਤ੍ਰਿਪਤ ਨਹੀਂ ਹੁੰਦੀ। ਅਨੇਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਵਿਰਥੇ ਸਭ ਕਾਜੈ। ਇਸ ਤਰ੍ਹਾਂ ਜਿਹੜਾ ਜ਼ਰੂਰਤ ਸੀ ਜਿਹੜੀ ਮੋਹ ਦੀ ਕਿ ਇਹ ਥੋੜਾ ਜਿਹਾ ਸੰਸਾਰ ਵਿੱਚ ਇਹਦੀ ਖਿੱਚ ਬਣੀ ਰਹਿ, ਉਹ ਇੰਨੀ ਵੱਧ ਗਈ ਕਿ ਇਹਨੂੰ ਆਪਣਾ ਆਪਾ ਵੀ ਭੁੱਲ ਗਿਆ। ਫਿਰ ਇਹ ਉਹਦਾ ਗੁਲਾਮ ਬਣ ਗਿਆ, ਉਸ ਖਿੱਚ ਦਾ, ਉਸ ਮੋਹ ਦਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਨੇ ਕੁਝ ਤਰ੍ਹਾਂ ਦੀ ਖਿੱਚ ਵਰਣਨ ਕੀਤੀ ਹੈ। ਉਹਦੇ ਵਿੱਚ 9 ਤਰ੍ਹਾਂ ਦੇ ਰਸ ਸਰੀਰ ਦੇ ਅੰਦਰ ਨੇ ਜਿਹੜੇ ਇਹਨੂੰ ਬਾਹਰ ਮੁਖੀ ਕਰਦੇ ਨੇ। ਉਹਦੇ ਤੋਂ ਪਹਿਲਾਂ ਸਰੀਰ ਦੇ ਵਿੱਚ ਜਿਹੜੇ ਅਨੇਕ ਵਿਕਾਰ ਨੇ ਉਹਨਾਂ ਦਾ ਵਰਣਨ ਵੀ ਗੁਰੂ ਸਾਹਿਬ ਨੇ ਕੀਤਾ। ਸ੍ਰੀ ਰਾਗ ਦੇ ਇੱਕ ਸ਼ਬਦ ਅੰਦਰ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਲੱਭ ਕੁੱਤਾ ਹੈ ਤੇ ਸਰੀਰ ਮਨੁੱਖ ਦਾ। ਸਰੀਰ ਮਨੁੱਖ ਦਾ ਪਰ ਇਹਦੀ ਸੁਰਤ ਦੇ ਵਿੱਚ ਇੱਕ ਕੁੱਤਾ ਬੈਠਾ ਹੋਇਆ ਹੈ ਔਰ ਦਿਨ ਰਾਤ ਭੌਂਕਦਾ ਹੈ। ਸਰੀਰ ਆਦਮੀ ਦਾ ਮਿਲ ਗਿਆ ਔਰ ਇਸ ਬੰਦੇ ਦੇ ਸਰੀਰ ਦੇ ਵਿੱਚ ਕਈ ਜਾਨਵਰ ਰਹਿੰਦੇ ਨੇ। ਸਾਡੇ ਸਰੀਰ ਦੇ ਵਿੱਚ ਗੁਰਬਾਣੀ ਅਨੁਸਾਰ ਸਰੀਰ ਆਦਮੀ ਵਾਲਾ ਹੈ, ਸੁਰਤ ਦੇ ਵਿੱਚ ਜਾਨਵਰ ਨਿਵਾਸ ਕਰਦੇ ਨੇ। ਇਹ ਸਾਰੀਆਂ ਜਾਨਵਰਾਂ ਦੀਆਂ ਬਿਰਤੀਆਂ ਬੰਦੇ ਦੇ ਵਿੱਚ ਜਿਉਂਦੀਆਂ ਨੇ। ਮੈਂ ਗੁਰਬਾਣੀ ਵਿੱਚੋਂ ਕੁਝ ਉਦਾਹਰਨ ਦਿਆਂਗਾ। ਸਰੀਰ ਕੱਲਾ ਆਦਮੀ ਦਾ ਹੈ, ਜਾਂ ਇਉਂ ਕਹਿ ਲਈਏ ਨਾਮ ਤੋਂ ਟੁੱਟਾ ਹੋਇਆ ਮਨੁੱਖ 2 ਪਾਇਆਂ ਇੱਕ ਜਾਨਵਰ ਹੈ, 2 ਪੈਰਾਂ ਵਾਲਾ ਜਾਨਵਰ ਹੈ। ਜਿਹੜੀ ਇਹਦੀ ਵਿਚਾਰਧਾਰਾ ਹੈ, ਜਿਹੜੀ ਇਹਦੀ ਸੋਚ ਹੈ ਔਰ ਜਿਹੜਾ ਜੀਵਨ ਹੈ ਉਹ ਇਨਸਾਨ ਵਾਲਾ ਨਹੀਂ। ਸਰੀਰ ਕੇਵਲ ਇਨਸਾਨ ਵਾਲਾ ਹੈ। ਸਤਿਗੁਰੂ ਨੇ ਇਸ ਲੱਭ ਬਾਰੇ ਕਿਹਾ, ਕਹਿਣ ਲੱਗੇ ਲੱਭ ਕੁੱਤਾ। ਲੱਭ ਦੇ ਅਰਥ ਨੇ ਸਰੀਰ ਦੀ ਵਾਸ਼ਨਾ, ਖਾਣ ਪੀਣ ਦੀ ਵਾਸ਼ਨਾ। ਬਾਬਾ ਫਰੀਦ ਜੀ ਨੇ ਇਹਦੇ ਬਾਰੇ ਇੱਕ ਸ਼ਲੋਕ ਕਿਹਾ, ਕਹਿਣ ਲੱਗੇ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ। ਫਰੀਦ ਸਾਹਿਬ ਕਹਿੰਦੇ ਨੇ ਜਿਹੜਾ ਸਰੀਰ ਹੈ ਨਾ, ਇਹ ਦਿਨ ਰਾਤ ਇੱਕ ਕੂਕਰ ਵਾਂਗ ਦਿਨ ਰਾਤ ਭੌਂਕ ਰਿਹਾ ਹੈ, ਮੰਗੀ ਜਾ ਰਿਹਾ ਹੈ। ਇਹਦੀ ਹਵਸ਼, ਇਹਦੀ ਵਾਸ਼ਨਾ ਦਾ ਕੋਈ ਅੰਤ ਨਹੀਂ ਪੈਂਦਾ। ਇਹਨੂੰ ਕਈ ਵਾਰੀ ਤ੍ਰਿਪਤ ਕਰਨ ਦਾ ਯਤਨ ਕੀਤਾ ਹੈ, ਇਹਨੂੰ ਕਈ ਵਾਰੀ ਚੁੱਪ ਕਰਾਉਣ ਦਾ ਯਤਨ ਕੀਤਾ ਹੈ, ਰਜਾਉਣ ਦਾ ਯਤਨ ਕੀਤਾ ਹੈ, ਪਰ ਇਹਨੂੰ ਕਦੀ ਅੰਦਰੋਂ ਤ੍ਰਿਪਤੀ ਨਹੀਂ ਆਉਂਦੀ। ਫਰੀਦਾ ਇਹ ਤਨ ਭੌਂਕਣਾ, ਸਾਰਾ ਸਰੀਰ ਹੀ ਭੌਂਕੀ ਜਾ ਰਿਹਾ ਹੈ। ਜ਼ੁਬਾਨ ਭੌਂਕਦੀ ਰਸਾਂ ਵਾਸਤੇ, ਅੱਖਾਂ ਭੌਂਕਦੀਆਂ ਹਨ ਵੇਖਣ ਵਾਸਤੇ, ਕੰਨ ਭੌਂਕਦੇ ਹਨ ਆਪਣੀ ਵਡਿਆਈ ਸੁਣਨ ਵਾਸਤੇ। ਸਰੀਰ ਦਾ ਇੱਕ ਇੱਕ ਅੰਗ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ। ਫਰੀਦਾ ਇਹ ਤਨ ਭੌਂਕਣਾ। ਤੇ ਜਦੋਂ ਕੋਈ ਬੰਦਗੀ ਦੇ ਮਾਰਗ ਤੇ ਜਾਂਦਾ ਹੈ, ਜਦੋਂ ਕੋਈ ਭਗਤੀ ਦੇ ਰਾਹ ਤੇ ਜਾਂਦਾ ਹੈ, ਉਹਦੇ ਵਾਸਤੇ ਸਭ ਤੋਂ ਪਹਿਲੀ ਰੁਕਾਵਟ ਸਰੀਰ ਦੀ ਤ੍ਰਿਸ਼ਨਾ ਬਣਦੀ ਹੈ। ਕਿਉਂਕਿ ਉਹਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ ਸਰੀਰ ਵਾਸਤੇ ਸਮਾਂ ਗਵਾਏ ਆਪਣਾ। ਉਹਨੂੰ ਇਹ ਬਹੁਤ ਵੱਡੀ ਰੁਕਾਵਟ ਆ ਜਾਂਦੀ ਹੈ। ਕਿਉਂਕਿ ਸਮੇਂ ਦਾ ਪਤਾ ਹੀ ਪਹਿਲੀ ਵਾਰ ਉਦੋਂ ਲੱਗਦਾ ਜਦੋਂ ਬੰਦਾ ਧਰਮ ਵਿੱਚ ਪ੍ਰਵੇਸ਼ ਕਰਦਾ ਹੈ। ਉਹਦੇ ਤੋਂ ਪਹਿਲਾਂ ਤੇ ਬੰਦਾ ਸੋਚਦਾ ਵੀ ਉਮਰ ਲੰਘੀ ਜਾ ਰਹੀ, ਠੀਕ ਹੈ। ਜਿਸ ਦਿਨ ਧਰਮ ਦੀ ਦੁਨੀਆ ਦਾ ਦਰਵਾਜ਼ਾ ਲੰਘਿਆ ਤੇ ਇੱਕਦਮ
ਇਹ ਬੜੀ ਕਾਹਲੀ ਨਾਲ ਧਰਮ ਨੂੰ ਕਮਾਉਣਾ ਸ਼ੁਰੂ ਕਰਦਾ ਹੈ, ਕਿਉਂਕਿ ਇਹਨੂੰ ਪਤਾ ਹੈ ਕਿ ਛਿਨ ਛਿਨ ਔਦ ਵਿਹਾਤ ਹੈ, ਉਮਰ ਲੰਘਦੀ ਜਾ ਰਹੀ ਹੈ। ਫਿਰ ਉਸ ਸਮੇਂ ਦੇ ਵਿੱਚ ਰੁਕਾਵਟ ਪਾਉਂਦੀ ਸਰੀਰ ਦੀ ਤ੍ਰਿਸ਼ਨਾ, ਵਧਿਆ ਹੋਇਆ ਸਰੀਰ ਦਾ ਜੀਵਨ ਦਾ ਰਸ ਜਿਹੜਾ ਸਮੇਂ ਨੂੰ ਬਰਬਾਦ ਕਰਦਾ ਹੈ। ਜ਼ਿਆਦਾ ਖਾਣਾ, ਜ਼ਿਆਦਾ ਬੋਲਣਾ, ਜ਼ਿਆਦਾ ਸੌਣਾ, ਹਰ ਇੱਕ ਚੀਜ਼ ਵਿੱਚ ਸੀਮਾ ਤੋਂ ਵੱਧ ਵਰਤਨ ਕਰਨਾ, ਉਹ ਫਿਰ ਇਹਦੇ ਵਾਸਤੇ ਰੁਕਾਵਟ ਬਣ ਜਾਂਦਾ ਹੈ। ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਨਿਤ ਨਿਤ ਦੁਖੀਐ ਕੌਣ, ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਐ ਕੌਣ। ਅਗਲਾ ਬਚਨ ਉਹਨਾਂ ਨੇ ਕਿਹਾ, ਕੰਨੀ ਬੁੱਝੇ ਦੇ ਰਹਾ ਜਿੱਤੀ ਵਗੈ ਪਾਉਣ। ਬੁੱਝੇ ਦਾ ਅਰਥ ਕੰਨਾਂ ਵਿੱਚ ਰੂਹ ਦੇਣਾ, ਭਾਵ ਸੁਣੀ ਨੂੰ ਅਣਸੁਣੀ ਕਰ ਦੇਣਾ। ਕਹਿਣ ਲੱਗੇ, ਮੈਂ ਤੇ ਹੁਣ ਇਹ ਇਲਾਜ ਕੀਤਾ ਹੈ ਵੀ ਸਰੀਰ ਬੜਾ ਕੁਝ ਮੰਗਦਾ, ਇਹਦੀਆਂ ਗੱਲਾਂ, ਇਹਦਾ ਭੌਂਕਣਾ ਖਤਮ ਨਹੀਂ ਹੁੰਦਾ। ਮੈਂ ਤੇ ਆਪਣੇ ਕੰਨਾਂ ਵਿੱਚ ਬੁੱਝੇ ਦਾ ਅਰਥ ਰੂਹ ਹੀ ਦੇ ਦਿੱਤਾ ਹੈ। ਜਿੱਤੀ ਵਗੈ ਪਾਉਣ, ਇਸ ਤਰ੍ਹਾਂ ਸਮਝੀਦਾ ਜਿਵੇਂ ਹਵਾ ਵਗ ਰਹੀ ਹੈ, ਵਗੀ ਜਾਏ ਲੰਘ ਜਾਏਗੀ, ਨਹੀਂ ਤੇ ਇਹਦੀ ਵਾਸ਼ਨਾ ਦਾ, ਇਹਦੀ ਤ੍ਰਿਸ਼ਨਾ ਦਾ ਤੇ ਕੋਈ ਵੀ ਅੰਤ ਨਹੀਂ ਹੈ। ਕੰਨੀ ਬੁੱਝੇ ਦੇ ਰਹਾ ਜਿੱਤੀ ਵਗੈ ਪਾਉਣ। ਗੁਰੂ ਨਾਨਕ ਸਾਹਿਬ ਨੇ ਕਿਹਾ, ਇੱਕ ਕੁੱਤਾ ਹੈ ਅੰਦਰ, ਲੱਭ ਕੁੱਤਾ, ਕੂੜ ਚੂੜਾ। ਚੂੜਾ ਦੇ ਅਰਥ ਨੇ ਮੈਲਾ ਸੁਭਾਵ, ਇਹ ਕਿਸੇ ਜਾਤ ਨਾਲ ਸੰਬੰਧਿਤ ਸ਼ਬਦ ਨਹੀਂ ਹੈ। ਲੱਭ ਦਾ ਕੁੱਤਾ ਹੈ, ਖਾਣ ਤੋਂ ਰੱਜਦਾ ਨਹੀਂ, ਮੂੰਹ ਦੇ ਵਿੱਚ ਇਹਦੇ ਵਾਸ਼ਨਾ ਬਣੀ ਰਹਿੰਦੀ ਖਾਣ ਪੀਣ ਦੀ ਦਿਨ ਰਾਤ, ਔਰ ਇਸੇ ਵਧੇ ਹੋਏ ਰਸ ਦੇ ਵਿੱਚ ਜਿਉਂਦਾ ਹੈ। ਮੈਂ ਬੇਨਤੀ ਸ਼ੁਰੂ ਵਿੱਚ ਕਰ ਦਿੱਤੀ ਸੀ, ਇਹ ਰਸ ਸਾਰੇ ਪਰਮਾਤਮਾ ਨੇ ਬਣਾਏ ਨੇ, ਜਿਹੜੇ ਅੱਗੇ 9 ਰਸ ਗਿਣਨਗੇ ਗੁਰੂ ਸਾਹਿਬ। ਪਰ ਇਹਨੇ ਗਲਤੀ ਇਹ ਕੀਤੀ ਜੀਵਨ ਦੇ ਅੰਦਰ ਕਿ ਇਹਦਾ ਉਹਨਾਂ ਰਸਾਂ ਦੇ ਵਿੱਚ ਕੰਟਰੋਲ ਗਵਾਚ ਗਿਆ, ਉਹਦੇ ਰਸਾਂ ਦੇ ਵਿੱਚ ਫਸ ਗਿਆ। ਲੱਭ ਕੁੱਤਾ ਕੂੜ ਚੂੜਾ, ਝੂਠ ਰੂਪੀ ਅੰਦਰ ਮਲੀਨ ਬਿਰਤੀ ਪੈਦਾ ਹੋ ਗਈ। ਦਿਨ ਰਾਤ ਝੂਠ ਬੋਲਣਾ, ਗੱਲ ਨੂੰ ਬਦਲ ਕੇ ਕਹਿਣਾ, ਜਿਹੜੀ ਗੱਲ ਪਿੱਛੋਂ ਸੁਣੀ ਸੀ ਉਹਨੂੰ ਬਦਲ ਦੇਣਾ, ਹਰ ਇੱਕ ਸਮੇਂ ਚੀਜ਼ ਨੂੰ ਬਦਲਦੇ ਤੁਰੇ ਜਾਣਾ, ਸਰਲਤਾ ਖਤਮ ਹੋ ਜਾਣੀ, ਇਹਨੂੰ ਕਹਿੰਦੇ ਨੇ ਝੂਠ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਤੇ ਗੁਰੂ ਸਾਹਿਬ ਕਹਿੰਦੇ ਇਹਦੇ ਅੰਦਰ ਇੱਕ ਮੁਰਦਾ ਵੀ ਪਿਆ, ਇਹ ਮੁਰਦੇ ਖਾਂਦਾ ਹੈ ਮਨੁੱਖ। ਮੁਰਦਾ ਖਾਣਾ ਕੀ ਕਹਿਣ ਲੱਗੇ, ਠੱਗ ਖਾਦਾ, ਝੂਠ ਬੋਲ ਕੇ ਠੱਗੀ ਮਾਰ ਕੇ ਦੂਸਰੇ ਤੋਂ ਲੈ ਲਿਆ, ਖੋਹ ਲਿਆ ਕਿਸੇ ਤਰੀਕੇ ਦੇ ਨਾਲ, ਜੁਗਤ ਦੇ ਨਾਲ, ਦੂਸਰੇ ਦਾ ਹੱਕ ਖਾਦਾ। ਇਹ ਮੁਰਦੇ ਖਾਣ ਦੇ ਬਰਾਬਰ ਇਹ ਜੀਵਨ ਦੇ ਵਿੱਚ ਬਿਰਤੀ ਹੈ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ। ਸੁਧੀ ਦਾ ਅਰਥ ਹੈ ਪਵਿੱਤਰ। ਇਸ ਪਵਿੱਤਰ ਮੂੰਹ ਦੇ ਵਿੱਚ ਉਦੋਂ ਦੂਸਰੇ ਦੀ ਗੰਦਗੀ ਪੈ ਗਈ ਜਦੋਂ ਦੂਸਰੇ ਮਨੁੱਖ ਦੀ ਨਿੰਦਿਆ ਕੀਤੀ। ਪਰ ਨਿੰਦਾ ਪਰ ਮਲ, ਪਰ ਨਿੰਦਾ ਦੇ ਅਰਥ ਨੇ ਦੂਸਰੇ ਦੀ ਨਿੰਦਿਆ, ਪਰ ਮਲ ਦੇ ਅਰਥ ਨੇ ਦੂਸਰੇ ਦੀ ਮੈਲ, ਉਹਦੇ ਪਾਪਾਂ ਦੀ ਮੈਲ ਆਪ ਚੁੱਕ ਲਈ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਇੱਕ ਮੇਰੇ ਮਨ ਦੇ ਵਿੱਚ ਚੰਡਾਲ ਬੈਠਾ ਹੈ, ਉਹਦੇ ਵਿੱਚ ਅੱਗ ਬਲਦੀ, ਕ੍ਰੋਧ ਦਾ ਚੰਡਾਲ ਜਿਹੜਾ ਹੈ, ਗੁੱਸੇ ਦਾ ਚੰਡਾਲ ਹੈ। ਇਹ ਸਾਰੀਆਂ ਚੀਜ਼ਾਂ ਅੰਦਰ ਮੌਜੂਦ ਨੇ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਤੇ ਇੱਕ ਸਭ ਤੋਂ ਸੂਖਸ਼ਮ ਜਿਹੜਾ ਵਿਕਾਰ ਹੈ, ਰਸ ਕਸ ਆਪ ਸਲਾਹਣਾ। ਆਪਣੀ ਸਲਾਹਤਾ ਆਪ ਕਰੀ ਜਾਣੀ, ਆਪਣੀ ਵਡਿਆਈ ਆਪ ਕਰੀ ਜਾਣੀ, ਆਪਣੀ ਸ਼ੋਭਾ ਕਰਨੀ ਜਾਂ ਆਪਣੀ ਸ਼ੋਭਾ ਬਾਰੇ ਸੋਚਦਾ ਰਹਿਣਾ। ਹੁਣ ਇਹਦੇ ਵਿੱਚ 2 ਚੀਜ਼ਾਂ ਨੇ ਖਿਆਲ ਰੱਖਣਾ, 2 ਤਰੀਕੇ ਨੇ। ਇੱਕ ਤੇ ਝੂਠ ਬੋਲ ਕੇ ਆਪਣੀ ਸ਼ੋਭਾ ਕਰਾਉਣੀ, ਤੇ ਦੂਸਰੀ ਸ਼ੋਭਾ ਜਿਹੜੀ, ਦੂਸਰੀ ਵਡਿਆਈ ਜਿਹੜੀ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖੀ ਹੈ। ਕਹਿਣ ਲੱਗੇ, ਸ਼ੋਭਾ ਵਾਸਤੇ, ਵਡਿਆਈ ਵਾਸਤੇ ਨਾ ਭਗਤੀ ਕਰੀ ਤੇ ਨਾ ਸੇਵਾ ਕਰੀ, ਪਰ ਇੱਕ ਗੱਲ ਮੈਂ ਤੈਨੂੰ ਯਕੀਨੀ ਕਹਿਣਾ, ਜੇ ਤੂੰ ਪਿਆਰ ਨਾਲ ਸੇਵਾ ਤੇ ਭਗਤੀ ਕਰੇਗਾ, ਇਸ ਤੋਂ ਕਿਤੇ ਵੱਧ ਵਡਿਆਈ ਤੇ ਸ਼ੋਭਾ ਤੇਰੀ ਝੋਲੀ ਵਿੱਚ ਆ ਕੇ ਪੈ ਜਾਏਗੀ। ਸਾਹਿਬ ਨੇ ਬਚਨ ਕੀਤੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਦੂਸਰੀ ਅਵਸਥਾ ਹੈ।
ਜਦੋਂ ਕੋਈ ਉਹਦੇ ਨੇੜੇ ਜਾਂਦਾ ਹੈ ਕੁਦਰਤੀ ਤੌਰ ਤੇ, ਪਰਮਾਤਮਾ ਵਿੱਚ ਸ਼ਕਤੀ ਵੀ ਹੈ, ਪਰਮਾਤਮਾ ਵਿੱਚ ਗਿਆਨ ਵੀ ਹੈ, ਉਹਦੇ ਕੋਲ ਤਾਕਤਾਂ ਨੇ ਸਾਰੀਆਂ, ਤੇ ਜਿਉਂ-ਜਿਉਂ ਬੰਦਾ ਉਹਦੇ ਵੱਲ ਵਧੇਗਾ ਇਹ ਸਾਰੀਆਂ ਚੀਜ਼ਾਂ ਬੰਦੇ ਦੀ ਪਰਿਕਰਮਾ ਕਰਨਗੀਆਂ। ਵਡਿਆਈ ਮਿਲੇਗੀ ਸੰਸਾਰ ਦੀ, ਧਨ ਵੀ ਮਿਲ ਸਕਦਾ ਹੈ, ਬਹੁਤ ਕੁਝ ਮਿਲ ਸਕਦਾ ਹੈ। ਗੁਰੂ ਸਾਹਿਬ ਨੇ ਸ੍ਰੀ ਰਾਗ ਦੇ ਪਹਿਲੇ ਸ਼ਬਦ ਦੇ ਅੰਦਰ ਤਕਰੀਬਨ 5 ਤਰ੍ਹਾਂ ਦੀ ਮਾਇਆ ਵਰਣਨ ਕੀਤੀ ਹੈ। ਵੈਸੇ ਆਮ ਵਿਦਵਾਨਾਂ ਨੇ ਮਾਇਆ ਦੇ 3 ਰੂਪ ਗਿਣੇ ਨੇ, ਜੜ ਮਾਇਆ, ਚੇਤਨ ਮਾਇਆ ਔਰ ਇਹਦੇ ਤੋਂ ਅੱਗੇ ਵੱਖਰੇ ਵੱਖਰੇ ਢੰਗ ਦੇ ਨਾਲ ਇਹਦਾ ਵਿਸਤਾਰ ਕੀਤਾ ਗਿਆ ਹੈ। ਤੀਸਰੀ ਨੂੰ ਕਹਿੰਦੇ ਨੇ ਈਸ਼ਵਰੀय ਮਾਇਆ। 3 ਤਰ੍ਹਾਂ ਦੀ ਮਾਇਆ, ਪਰ ਗੁਰੂ ਸਾਹਿਬ ਨੇ ਇੱਥੇ ਇੱਕ ਨਾਲ ਹੋਰ ਜੋੜ ਦਿੱਤੀ, ਉਹਨੂੰ ਕਹਿੰਦੇ ਰਾਜਸੀ ਮਾਇਆ। ਜਦੋਂ ਕੋਈ ਪਰਮਾਤਮਾ ਵੱਲ ਤੁਰੇਗਾ ਇਹਨਾਂ ਵਿੱਚੋਂ ਕੋਈ ਵੀ ਮਾਇਆ ਬੰਦੇ ਦੇ ਰਾਹ ਵਿੱਚ ਆ ਸਕਦੀ ਏ, ਜ਼ਰੂਰੀ ਨਹੀਂ ਕਿ ਆਏ ਵੀ। ਕਈ ਵਾਰੀ ਬੰਦਾ ਬਾਈਪਾਸ ਵੀ ਹੋ ਸਕਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਲੰਘ ਵੀ ਸਕਦਾ। ਖੈਰ ਇਹ ਵਿਸ਼ਾ ਵੱਖਰਾ ਹੈ ਕਿ ਜੜ, ਚੇਤਨ ਔਰ ਈਸ਼ਵਰੀय ਔਰ ਰਾਜਸੀ ਮਾਇਆ, ਇਹਦਾ ਕੀ ਗੁਰੂ ਸਾਹਿਬ ਨੇ ਹਵਾਲਾ ਦਿੱਤਾ, ਫਿਰ ਕਿਸੇ ਵਿਸ਼ੇ ਵਿੱਚ ਇਹਨੂੰ ਵਿਚਾਰਨ ਦਾ ਯਤਨ ਕਰਾਂਗੇ। ਜੋ ਅੱਜ ਵਿਸ਼ਾ ਚੱਲ ਰਿਹਾ ਹੈ, ਸਾਹਿਬ ਨੇ ਬਚਨ ਕੀਤੇ ਕਿ ਇਹ ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ, ਹੇ ਕਰਤਾਰ ਮੇਰੇ ਇਹ ਕਰਮ ਨੇ। ਮੇਰਾ ਅੰਦਰ ਇਸ ਤਰ੍ਹਾਂ ਦਾ ਜਿਹੜਾ ਉੱਤੇ ਗਿਣਿਆ ਗਿਆ, ਲੱਭ ਕੁੱਤਾ, ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬੈ ਰੋਏ। ਮੈਂ ਤੇਰੇ ਦਰ ਤੇ ਆਇਆ, ਪਰ ਪ੍ਰਵਾਨਗੀ ਕਿਵੇਂ ਮਿਲੇ? ਅੰਦਰ ਤਾਂ ਇਹਨਾਂ ਮੈਲਾਂ ਨਾਲ ਭਰਿਆ ਹੋਇਆ, ਜਿਹਦਾ ਅੱਜ ਜ਼ਿਕਰ ਗੁਰੂ ਅੰਗਦ ਦੇਵ ਜੀ ਕਰ ਰਹੇ ਨੇ। ਅੰਦਰ ਮੈਲਾ ਹੈ, ਪ੍ਰਵਾਨਗੀ ਨੂੰ ਦੇਰ ਨਹੀਂ ਧਰਮ ਦੇ ਅੰਦਰ। ਪਰਮਾਤਮਾ ਦੇ ਦਰ ਤੇ ਪ੍ਰਵਾਨਗੀ ਮਿਲਣ ਲੱਗਿਆ ਕੋਈ ਦੇਰ ਨਹੀਂ ਹੈ, ਕੋਈ ਵਕਤ ਨਹੀਂ ਲੱਗਦਾ। ਵਕਤ ਸਿਰਫ ਬੰਦੇ ਨੂੰ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਲੱਗਦਾ ਹੈ। ਜਿੰਨਾ ਸਮਾਂ ਲੱਗੇਗਾ, ਜਿੰਨੀ ਦੇਰ ਨਾਲ ਆਪਣੇ ਆਪ ਨੂੰ ਸ਼ੁੱਧ ਕਰੇਗਾ, ਉਨਾ ਵਕਤ ਜ਼ਿਆਦਾ ਲੱਗੇਗਾ। ਜਿੰਨੀ ਜਲਦੀ ਆਪਣੇ ਆਪ ਨੂੰ ਸੋਧ ਲਏਗਾ, ਉਨੀ ਜਲਦੀ ਪ੍ਰਵਾਨ ਹੋ ਜਾਏਗਾ। ਅੱਗੇ ਸਤਿਗੁਰਾਂ ਨੇ ਸਰੀਰ ਦੇ ਕਈ ਰਸ ਗਿਣੇ, ਗੁਰੂ ਨਾਨਕ ਸਾਹਿਬ ਨੇ, ਜਿਹੜੇ ਇਸ ਮਾਰਗ ਤੇ ਜਾਂਦਿਆਂ ਰਾਹ ਵਿੱਚ ਆਉਣਗੇ, ਰੁਕਾਵਟ ਬਣਨਗੇ। ਇਹਨਾਂ ਰਸਾਂ ਨੂੰ ਜਿੰਨਾ ਚਿਰ ਬੰਦਾ ਲਿਤਾੜ ਕੇ ਲੰਘਦਾ ਨਹੀਂ, ਕੋਈ ਟਿਕਾ ਨਹੀਂ, ਕੋਈ ਆਨੰਦ ਨਹੀਂ। ਕੋਈ ਬੰਦਾ ਧਾਰਮਿਕ ਨਹੀਂ, ਆਪਣਾ ਭਰਮ ਹੋ ਸਕਦਾ ਵੀ ਮੈਂ ਵੀ ਧਾਰਮਿਕ ਹਾਂ। ਇਹ 9 ਰੁਕਾਵਟਾਂ ਅੱਗੇ ਗਿਣੀਆਂ ਨੇ। ਅੱਗੇ ਗੁਰੂ ਸਾਹਿਬ ਕਹਿੰਦੇ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਹ ਸਰੀਰ ਦੇ ਅੰਦਰ ਰਸ ਰੁਕਾਵਟ ਬਣ ਕੇ ਖੜੇ ਹੋਏ ਨੇ, ਤੇ ਜਿੰਨਾ ਚਿਰ ਇਹਨਾਂ ਨੂੰ ਪਾਰ ਨਹੀਂ ਕਰਦਾ ਮਨੁੱਖ, ਉਹਨਾਂ ਚਿਰ ਉਸ ਪਰਮਾਤਮਾ ਦੇ ਰਸ ਤੱਕ ਕਿਵੇਂ ਜਾਏਗਾ? ਗੱਲ ਸਪਸ਼ਟ ਹੈ, ਗੱਲ ਤਾਂ ਸਾਫ਼ ਹੈ ਧਰਮ ਦੀ। ਕੋਈ ਇਹਦੇ 'ਚ ਇਹ ਨਹੀਂ ਵੀ ਸਮਝ ਵਿੱਚ ਆਉਣ ਵਾਲੀ ਗੱਲ ਨਹੀਂ ਹੈ, ਸਮਝ ਵਿੱਚ ਬਿਲਕੁਲ ਸਾਫ਼ ਆ ਗਿਆ। ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ ਕਿ ਉਸ ਰਸ ਤੱਕ ਤਾਂ ਤੂੰ ਜਾ ਸਕਣਾ ਜੇ ਇਹਨਾਂ ਰਸਾਂ ਦੀ ਵਰਤੋਂ ਸਿਰਫ ਦਾਇਰੇ ਦੇ ਵਿੱਚ ਰਹਿ ਕੇ, ਹੱਦ ਬੰਨੀ ਵਿੱਚ ਰਹਿ ਕੇ, ਮਰਿਆਦਾ ਵਿੱਚ ਰਹਿ ਕੇ, ਗੁਰੂ ਦੇ ਦੱਸੇ ਮਾਰਗ ਅਨੁਸਾਰ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਅੱਗੇ ਜਾਏਗਾ, ਤਾਂ ਫਿਰ ਤੈਨੂੰ ਰਸ ਮਿਲ ਸਕਦਾ ਹੈ। ਜੇ ਤੂੰ ਇਹਨਾਂ ਵਿੱਚ ਡੁੱਬ ਗਿਓ, ਮਤ ਆਸ ਕਰੀ ਮੈਂ ਵੀ ਧਰਮ ਦੇ ਰਜਿਸਟਰ ਵਿੱਚ ਆਪਣਾ ਨਾਮ ਲਿਖਾ ਲਵਾਂਗਾ। ਉੱਥੇ ਕੋਈ ਨਾਮ ਨਹੀਂ ਹੈ, ਇੱਥੇ ਲਿਖਾਇਆ ਜਾ ਸਕਦਾ ਹੈ। ਇੱਥੇ ਹੋ ਸਕਦਾ ਹੈ ਵੀ ਕਿਸੇ ਬੰਦੇ ਨੇ ਕੁਝ ਮਾਇਆ ਜ਼ਿਆਦਾ ਦੇ ਦਿੱਤੀ, ਸਰੋਪਾ ਵੱਡਾ ਮਿਲ ਗਿਆ, ਇਹ ਹੋ ਸਕਦਾ ਇੱਥੇ। ਕਿਉਂਕਿ ਇਹ ਜਿਹੜਾ ਥਾਂ ਹੈ ਨਾ, ਇਹਨੂੰ ਕਹਿੰਦੇ ਨੇ ਝੂਠ ਖੰਡ ਹੈ। ਇਹ ਜਿਹੜਾ ਥਾਂ ਹੈ, ਇੱਥੇ ਸਾਰਾ ਚੱਲਦਾ ਹੈ। ਪੈਸੇ ਦੇ ਕੇ ਧਰਮ ਦੀ ਦੁਨੀਆ ਵਿੱਚ ਵੱਡਾ ਨਾਮ ਹੀ ਬੰਦਾ ਰਖਾ ਸਕਦਾ ਹੈ। ਪਰ ਇਹ ਸਵਾਲ ਇਹ ਹੈ ਕਿ ਪ੍ਰਮਾਤਮਾ ਦੇ ਘਰ ਵਿੱਚ ਵੀ ਇਹ ਨਾਮ ਲਿਖਿਆ ਜਾ ਰਿਹਾ ਕਿ ਨਹੀਂ, ਜਾਂ ਇੱਥੋਂ ਤੱਕ ਸੀਮਤ ਹੈ।
ਜੇ ਕੋ ਨਾਉ ਧਰਾਏ ਵੱਡਾ, ਚੋਜ ਕਰੇ ਮਨ ਭਾਣੇ। ਖਸਮੇ ਨਦਰੀ ਕੀੜਾ ਆਵੇ, ਜੇਤੇ ਚੁਗੈ ਦਾਣੇ। ਕੋਈ ਬੰਦਾ ਇੱਥੇ ਵੱਡਾ ਹੈ, ਤਾਕਤਵਰ ਹੈ, ਚਲਾਕ ਹੈ, ਪੜ੍ਹਿਆ ਹੋਇਆ ਹੈ, ਮਾਇਆਧਾਰੀ ਹੈ, ਤਾਂ ਇੱਥੇ ਉਹ ਜ਼ਿਆਦਾ ਮਾਇਆ ਦੇ ਕੇ ਜਿਆਦੀ ਉਸਤਤ ਧਰਮ ਵਿੱਚ ਵੀ ਖੱਟ ਸਕਦਾ ਹੈ। ਉਹਦਾ ਨਾਮ ਚੱਲ ਸਕਦਾ ਇੱਥੇ ਵੀ ਉਹਨੇ ਬਹੁਤ ਕੁਝ ਕਰਾਇਆ। ਅਸੀਂ ਅੱਜ ਤੱਕ ਕਹਿੰਦੇ ਹਾਂ ਫਲਾਣੇ ਬੰਦੇ ਨੇ ਇੰਨਾ ਸੋਨਾ ਲਵਾ ਦਿੱਤਾ ਸੀ। ਸਿੱਖੀ ਵਾਸਤੇ ਕੀ ਕੀਤਾ ਹੈ? ਸਵਾਲ ਤੇ ਇਹ ਹੈ। ਫਲਾਣੇ ਆਦਮੀ ਨੇ ਹਰਮੰਦਰ ਸਾਹਿਬ ਤੇ ਸੋਨਾ ਲਵਾਇਆ ਹੈ। ਸਵਾਲ ਤੇ ਇਹ ਹੈ ਉਹਨੇ ਸਿੱਖੀ ਵੀ ਕਮਾਈ ਹੈ ਕਿ ਨਹੀਂ, ਜਾਂ ਉਹਨੇ ਸਿੱਖੀ ਦੀ ਪ੍ਰਸਾਰ ਬਾਰੇ ਕੋਈ ਕੰਮ ਕੀਤਾ ਹੈ ਕਿ ਨਹੀਂ ਕੀਤਾ। ਜੇ ਕੰਮ ਨੇ ਕੀਤਾ ਤੇ ਸੋਨੇ ਦੇ ਅਰਥ ਕੀ ਹੈ? ਇੱਥੇ ਨਾਮ ਹੈ, ਅਜੇ ਵੀ ਚੱਲਦਾ ਹੈ। ਔਰ ਬੜੇ ਬੜੇ ਵੱਡੇ ਆਪਣੇ ਆਪ ਨੂੰ ਭਗਤ ਅਖਵਾਉਣ ਵਾਲੇ ਵਡਿਆਈ ਕਰਦੇ ਨੇ ਵੀ ਬੜੀ ਵੱਡੀ ਗੱਲ ਹੈ। ਚਲੋ ਸੰਸਾਰ ਦੇ ਤੌਰ ਤੇ ਵੱਡੀ ਹੈ ਵੀ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਹਿੰਮਤ ਤਾਂ ਹੈ ਕੁਝ ਵੀ ਚਲੋ ਮਨ ਨੇ ਦਿੱਤਾ, ਧਨ ਹੀ ਦੇ ਦਿੱਤਾ। ਪਰ ਸਵਾਲ ਇਹ ਹੈ ਕਿ ਸੋਨੇ ਨਾਲ ਪਰਮਾਤਮਾ ਖੁਸ਼ ਹੁੰਦਾ ਹੈ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖੀਏ ਕਿ ਆਪਣੇ ਜੀਵਨ ਨੂੰ ਪੁੱਛਣਾ ਹੈ। ਕੰਚਨ ਸਿਉ ਪਾਈਐ ਨਹੀਂ ਤੋਲ। ਕੰਚਨ ਦੇ ਅਰਥ ਨੇ ਸੋਨਾ। ਮਨ ਦੇ ਰਾਮ ਲਿਆ ਹੈ ਮੋਲ। ਗੁਰੂ ਗ੍ਰੰਥ ਸਾਹਿਬ ਨੂੰ ਮਨ ਚਾਹੀਦਾ ਹੈ, ਸੋਨਾ ਸਾਡੀ ਵਡਿਆਈ ਦਾ ਸਾਰਾ ਬਣ ਸਕਦਾ ਹੈ। ਪਰ ਸਾਨੂੰ ਤਾਂ ਇਸ ਤਰ੍ਹਾਂ ਦੇ ਧਰਮ, ਇਸ ਤਰ੍ਹਾਂ ਦੀਆਂ ਵਡਿਆਈਆਂ, ਇਸ ਤਰ੍ਹਾਂ ਦਾ ਫੋਕਾਪਣ ਜੀਵਨ ਦੇ ਵਿੱਚ ਸਾਡੀ ਹਉਮੈ ਨੂੰ ਪੱਠੇ ਪਾਉਂਦਾ, ਅਸੀਂ ਉਹਨੂੰ ਪਾਲਦੇ ਹਾਂ। ਤਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਇੱਥੇ ਨਾਮ ਇੱਥੇ ਚੱਲ ਸਕਦਾ ਹੈ। ਪਰਮਾਤਮਾ ਦੇ ਦਰ ਤੇ ਸਿਰਫ ਜੀਵਨ ਗਿਣਿਆ ਜਾਂਦਾ, ਉੱਥੇ ਸਿਰਫ ਜੀਵਨ ਹੀ ਕੰਮ ਵਿੱਚ ਆਉਣ ਵਾਲੀ ਚੀਜ਼ ਹੈ। ਤਾਂ ਸਤਿਗੁਰੂ ਨੇ ਕਿਹਾ ਜਿੰਨਾ ਚਿਰ ਇਹਨਾਂ ਰਸਾਂ ਦੇ ਵਿੱਚ ਆਦਮੀ ਡੁੱਬਿਆ ਹੋਇਆ ਹੈ, ਧਰਮ ਦੀ ਦੁਨੀਆ ਵਿੱਚ ਉਹਦਾ ਨਾਮ ਇੱਥੇ ਹੋ ਸਕਦਾ, ਉੱਥੇ ਨਹੀਂ ਹੋ ਸਕਦਾ। ਉੱਥੇ ਉਹਨੂੰ ਕੋਈ ਪੁੱਛ ਪੜਤਾਲ ਨਹੀਂ ਹੈ, ਉੱਥੇ ਉਹਦੀ ਕੋਈ ਵਡਿਆਈ ਨਹੀਂ ਹੈ, ਕੋਈ ਵੱਡਾਪਣ ਨਹੀਂ ਹੈ। ਤਾਂ ਸਾਹਿਬ ਨੇ ਇਹ ਰਸ ਗਿਣੇ, ਕਹਿਣ ਲੱਗੇ ਰਸ ਸੋਇਨਾ, ਰਸ ਰੂਪਾ। ਰੂਪਾ ਦੇ ਅਰਥ ਨੇ ਚਾਨੀ, ਸੋਨੇ ਦਾ ਰਸ। ਸੋਨਾ ਵੈਸੇ ਇੱਕ ਧਾਤ ਹੈ। ਜਿਹੜਾ ਸੋਨਾ ਸੀ ਹੈ ਸੀ ਇੱਕ ਦਵਾਈ ਵਿੱਚ ਪਾਉਣ ਵਾਲਾ ਇੱਕ ਧਾਤ ਸੀ। ਇਹ ਜੜੀਆਂ ਬੂਟੀਆਂ ਦੇ ਵਿੱਚ ਮਿਲਦਾ ਹੈ। ਅੱਜ ਵੀ ਤੁਸੀਂ ਵੇਖਦੇ ਹੋ ਸੋਨਾ ਭਸਮ ਹੈ, ਸੋਨਾ ਇੱਕ ਦਵਾਈ ਹੈ। ਵੈਸੇ ਇਹ ਸ਼ਿੰਗਾਰ ਕਿਉਂ ਬਣਿਆ? ਹੋਰ ਇਹਦੇ ਵਿੱਚ ਸੁੰਦਰਤਾ ਵੀ ਬਹੁਤੀ ਕੋਈ ਨਹੀਂ ਹੈ। ਸ਼ਿੰਗਾਰ ਤਾਂ ਬਣਿਆ ਕਿਉਂਕਿ ਘੱਟ ਸੀ, ਪ੍ਰਿਥਵੀ ਦੇ ਉੱਤੇ ਮਿਲਦਾ ਘੱਟ ਸੀ। ਇਹਦੀ ਜ਼ਿਆਦਾ ਕੀਮਤ ਦਾ ਕਾਰਨ ਇਸ ਧਰਤੀ ਤੇ ਉਹ ਚੀਜ਼ ਦੀ ਕੀਮਤ ਵੱਧ ਜਾਂਦੀ ਜਿਹਦੀ ਮਿਕਦਾਰ ਘਟ ਜਾਏ, ਘੱਟ ਹੋਵੇ, ਉਹ ਜ਼ਿਆਦਾ ਵੱਧਦੀ ਹੈ। ਤਾਂ ਸੋਨਾ ਘੱਟ ਸੀ ਜ਼ਮੀਨ ਦੇ ਅੰਦਰ। ਜੇ ਸਾਰੀ ਜ਼ਮੀਨ ਸੋਨੇ ਦੀ ਹੁੰਦੀ ਤੇ ਵਿੱਚ ਮਿੱਟੀ ਥੋੜੀ ਜਿਹੀ ਹੁੰਦੀ, ਫਿਰ ਮਿੱਟੀ ਲੋਕਾਂ ਨੇ ਹੱਥਾਂ ਤੇ ਬੰਨ੍ਹਣੀ ਸੀ। ਸਿਰਫ ਇਹੀ ਫਰਕ ਹੈ, ਹੋਰ ਇਹਦਾ ਕੋਈ ਫਰਕ ਨਹੀਂ ਹੈ। ਮੰਨ ਲਓ ਸਾਰੀ ਜ਼ਮੀਨ ਸੋਨੇ ਦੀ ਹੁੰਦੀ ਨਾ, ਤੇ ਮਿੱਟੀ ਹੁੰਦੀ ਬਿਲਕੁਲ ਥੋੜੀ, ਜਿਵੇਂ ਸੋਨੇ ਦੀ ਖਾਣ ਵਿੱਚ ਥੋੜਾ ਜਿਹਾ ਸੋਨਾ ਮਿਲਦਾ, ਇਸ ਤਰ੍ਹਾਂ ਮਿੱਟੀ ਦੀ ਖਾਣ ਹੁੰਦੀ ਕਿਤੇ ਵੀ ਇੱਕ ਪੁੜੀ ਮਿਲੀ ਮਿੱਟੀ ਦੀ, ਤੇ ਲੋਕਾਂ ਨੇ ਉਸ ਮਿੱਟੀ ਨੂੰ ਨਗ ਵਿੱਚ ਪਾ ਕੇ ਆਪਣੇ ਹੱਥਾਂ ਤੇ ਗਲੇ ਵਿੱਚ ਪਾ ਲੈਣਾ ਸੀ। ਇੰਨੀ ਕੁ ਸਮਝ ਹੈ ਸਾਡੇ ਜੀਵਨ ਵਿੱਚ। ਹੋਰ ਸੋਨੇ ਵਿੱਚ ਕਿਹੜੀ ਵਡਿਆਈ? ਉਹ ਤਾਂ ਦਵਾਈ ਹੈ। ਉਹਦਾ ਤੇ ਇੱਕ ਭਸਮ ਹੁੰਦਾ ਹੈ, ਸਰੀਰ ਦੇ ਅੰਦਰ ਵੀ ਹੈ, ਉਹਦਾ ਤੱਤ ਪੂਰਾ ਕਰਨ ਲਈ ਵਰਤਿਆ ਜਾ ਸਕਦਾ। ਗੁਰੂ ਸਾਹਿਬ ਨੇ ਕਿਹਾ ਮਨੁੱਖ ਪਾਗਲ ਹੋ ਗਿਆ ਸੋਨੇ ਦੇ ਪਿੱਛੇ, ਸੋਨਾ ਹੀ ਉਹਦਾ ਜੀਵਨ ਬਣ ਗਿਆ। ਆ ਮੈਨੂੰ ਕਈ ਗੁਰਮੁਖ ਪਿਆਰੇ ਮਿਲਦੇ ਨੇ, ਵਿਦੇਸ਼ ਵਿੱਚ ਵੀ ਮਿਲੇ, ਸੋਨੇ ਦਾ ਕੜਾ ਪਾਇਆ ਸੀ ਬਹੁਤ ਵੱਡਾ। ਕਹਿਣ ਲੱਗੇ ਜੀ ਮੈਂ ਸਿੱਖ ਬਣ ਸਕਦਾ ਸੋਨੇ ਦਾ ਕੜਾ ਪਾ ਕੇ? ਮੈਂ ਕਿਹਾ ਨਹੀਂ ਬਣ ਸਕਦਾ। ਇਹ ਪ੍ਰਵਾਨ ਹੈ ਸੋਨੇ ਦਾ ਕੜਾ? ਮੈਂ ਬੇਨਤੀ ਕੀਤੀ ਪ੍ਰਵਾਨ ਜਾਂ ਨਾ ਪ੍ਰਵਾਨ ਦੀ ਗੱਲ ਨਹੀਂ, ਇਹਨੂੰ ਤੂੰ ਵੱਖਰੇ ਤੌਰ ਤੇ ਪਾ ਸਕਣਾ ਦੂਜੇ ਹੱਥ ਵਿੱਚ। ਇਹਨੂੰ ਵੱਖਰੇ ਗੁਰੂ ਸਾਹਿਬ ਨੇ ਰੁਕਾਵਟ ਨਹੀਂ ਪਾਈ ਵੀ ਸੋਨਾ ਨਾ ਪਾ, ਪਰ ਇਹ ਤਾਂ ਕਿਹਾ ਵੀ ਸੋਨੇ ਦਾ ਕੜਾ ਪਾਉਂਦਿਆਂ ਪਾਉਂਦਿਆਂ ਸਰਬਲੋਹ ਦਾ ਭੁੱਲ ਹੀ ਜਾਏ। ਗੁਰੂ ਦੀ ਦਾਤ ਜਿਹੜੀ ਹੈ, ਜਿਹੜੀ ਗੁਰੂ ਨੇ ਦਿੱਤੀ ਹੈ, ਕਲਗੀਧਰ ਪਾਤਸ਼ਾਹ ਨੇ, ਤੂੰ ਸੋਨਾ ਤੇਰੇ ਕੋਲ ਰੱਬ ਨੇ ਦਿੱਤਾ ਹੈ, ਮਾਇਆ ਹੈ ਤਾਂ ਪਾ ਲੈ, ਉਹ ਵੀ ਅਣਵਿੱਧ ਪਾ, ਸਰੀਰ ਨੂੰ ਵਿੰਨ ਕੇ ਨਹੀਂ। ਨੱਕ ਕੰਨ ਛੇਦਨ ਤੇ ਪਾਬੰਦੀ ਲਾਈ ਹੈ ਗੁਰੂ ਸਾਹਿਬ ਨੇ, ਸਰੀਰ ਨੂੰ ਤੋੜ ਕੇ ਨਹੀਂ ਪਾਉਣਾ ਕਿਤੇ। ਜੇ ਤੇਰੇ ਤੋਂ ਰਿਹਾ ਨਹੀਂ ਜਾਂਦਾ ਤਾਂ ਉਹਦਾ ਹਾਰ ਪਾ ਸਕਣਾ, ਉਹਦਾ ਉਹ ਕੜੇ ਗਲ
ਬਾਂਹ ਵਿੱਚ ਉਹਨੂੰ ਹੱਥ ਵਿੱਚ ਪਾ ਸਕਣਾ ਹੈ, ਪਰ ਉਹ ਵੀ ਤੂੰ ਉਨਾ ਚਿਰ ਪਾਏਗਾ ਜਿੰਨਾ ਚਿਰ ਤੈਨੂੰ ਨਾਮ ਦਾ ਸ਼ਿੰਗਾਰ ਨਹੀਂ ਲੱਭਾ। ਜਿੱਦਣ ਸ਼ਬਦ ਨਾਲ ਜੁੜ ਗਿਆ ਤੇ ਫਿੱਕਾ ਪੈ ਜਾਏਗਾ ਸਾਰਾ ਕੁਝ। ਅਜੇ ਜੁੜੇ ਹੀ ਤਾਂ ਹੋਇਆ ਉਹਦੇ ਨਾਲ ਕਿਉਂਕਿ ਤੈਨੂੰ ਗੁਰਬਾਣੀ ਨਾਲ ਤੇਰਾ ਮਨ ਨਹੀਂ ਜੁੜਿਆ। ਉਸ ਦਿਨ ਇਹ ਛੁੱਟ ਜਾਏਗਾ, ਛੋਟਾ ਰਹਿ ਜਾਏਗਾ। ਤੈਸਾ ਸਵਰਨ ਤੈਸੀ ਉਸ ਮਾਟੀ। ਗੁਰਬਾਣੀ ਵਿੱਚ ਕੋਈ ਕਵਿਤਾ ਨਹੀਂ ਕਿ ਕਿਸੇ ਕਵੀ ਨੇ ਇਹ ਜੋੜ ਕੇ ਗੱਲਾਂ ਲਿਖ ਦਿੱਤੀਆਂ ਹੁਣ, ਬਿਲਕੁਲ ਨਹੀਂ ਹੈ। ਗੁਰੂ ਸਾਹਿਬ ਨੇ ਔਰ ਭਗਤਾਂ ਨੇ ਆਪਣੀ ਅੱਖ ਦੇ ਬਿਲਕੁਲ ਸਾਹਮਣੇ ਜੋ ਕੁਝ ਵੇਖਿਆ, ਪ੍ਰੈਕਟੀਕਲ ਹੋਇਆ, ਤਜਰਬੇ ਵਿੱਚ ਆਇਆ, ਜੋ ਕੁਝ ਅੱਖ ਦੇ ਸਾਹਮਣੇ ਵਾਪਰਿਆ ਉਹਨੂੰ ਲਿਖਤ ਵਿੱਚ ਲਿਆਂਦਾ। ਇੱਥੇ ਕੋਈ ਕਿਸੇ ਥਾਂ ਤੋਂ ਨਕਲ ਮਾਰ ਕੇ ਕੁਝ ਨਹੀਂ ਲਿਖਿਆ ਹੋਇਆ। ਇਹ ਨਕਲ ਨਹੀਂ ਹੈ ਕਿਸੇ ਗ੍ਰੰਥ ਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਧਾਰਮਿਕ ਗ੍ਰੰਥ ਦੀ ਨਕਲ ਨਹੀਂ ਹੈ। ਗੁਰੂ ਸਾਹਿਬ ਦਾ ਆਪਣਾ ਤਜਰਬਾ ਹੈ, ਆਪਣਾ ਜੀਵਨ ਹੈ ਉਹਨਾਂ ਦਾ। ਬੇਨਤੀ ਕਰ ਰਿਹਾ ਸੀ, ਰਸ ਸੋਇਨਾ, ਸੋਨੇ ਦੀ ਵਰਤੋਂ ਕਰ ਸਕਣਾ ਦਵਾਈ ਹੈ। ਉਹ ਇੱਕ ਥੋੜੀ ਚੀਜ਼ ਹੈ, ਧਰਤੀ ਦੀ ਕਰੰਸੀ ਦਾ ਇੱਕ ਹਿੱਸਾ ਹੋ ਸਕਦਾ, ਰੱਖ ਸਕਣਾ, ਕੋਈ ਗੁਨਾਹ ਨਹੀਂ, ਪਰ ਸੋਨਾ ਹੀ ਜੀਵਨ ਬਣ ਜਾਏ। ਇੱਕ ਰਸ ਸੋਨਾ, ਰਸ ਰੂਪਾ। ਰੂਪਾ ਦੇ ਅਰਥ ਨੇ ਚਾਂਦੀ, ਉਹਦਾ ਹੀ ਹਿੱਸਾ ਹੈ। ਚਾਂਦੀ ਵੀ ਇੱਕ ਭਸਮ ਹੈ, ਇੱਕ ਜੜੀ ਹੈ। ਰਸ ਸੋਇਨਾ ਰਸ ਰੂਪਾ ਕਾਮਣ। ਕਾਮਣ ਦੇ ਅਰਥ ਨੇ ਇਸਤਰੀ, ਮਨੁੱਖ ਵੀ ਆ ਸਕਦਾ ਉਹਦੇ ਵਿੱਚ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਆ ਜਿਆਦੀਆਂ ਸੁਗੰਧੀਆਂ ਜਿਹੜੀਆਂ ਨੇ ਨਾਸ਼ਕਾ ਦੀਆਂ, ਇਹ ਵੀ ਇੱਕ ਸਰੀਰ ਦਾ ਵਿਸ਼ਾ ਹੈ, ਵਿਕਾਰ ਹੈ। ਰਸ ਪਰਮਲ ਕੀ ਵਾਸ। ਰਸ ਘੋੜੇ, ਰਸ ਸੇਜਾ। ਘੋੜੇ ਦਾ ਅਰਥ ਹੈ ਸਵਾਰੀਆਂ ਦਾ ਰਸ, ਗੱਡੀਆਂ ਦਾ ਰਸ। ਵੱਡੀ ਤੋਂ ਵੱਡੀ ਗੱਡੀ ਦਾ ਦਿਨ ਰਾਤ ਖਿਆਲ ਹੀ ਕਰੀ ਜਾਣਾ, ਇਹ ਵੀ ਤਾਂ ਇੱਕ ਮਾਸ ਹੀ ਹੈ ਨਾ, ਵੀ ਇੱਕ ਰਸ ਹੀ। ਗੱਡੀਆਂ ਵਿੱਚ ਹੀ ਸੁਰਤ ਰਹਿਣੀ ਦਿਨ ਰਾਤ, ਸਵਾਰੀਆਂ ਦੇ ਵਿੱਚ ਹੀ ਧਿਆਨ ਦਾ ਫਸਿਆ ਰਹਿਣਾ, ਉਹਨਾਂ ਦੀ ਵਿਆਖਿਆ ਹੀ ਦਿਨ ਰਾਤ ਮਨ ਵਿੱਚ ਚੱਲਦੀ ਰਹਿਣੀ। ਗੁਰੂ ਸਾਹਿਬ ਨੇ ਕਿਹਾ ਇਹ ਵੀ ਇੱਕ ਨਾਮ ਤੋਂ ਤੋੜਨ ਵਾਲਾ ਵਿਸ਼ਾ ਹੈ। ਰਸ ਘੋੜੇ ਰਸ ਸੇਜਾ। ਸੇਜਾ ਦੇ ਅਰਥ ਨੇ ਸੋਹਣੇ, ਸੌਣ ਵਾਲੇ, ਪਲੰਗ ਆਦਿਕ, ਉਹਨਾਂ ਦਾ ਰਸ ਵੀ ਹੈ ਇੱਕ। ਮੰਦਰ, ਮੰਦਰ ਦੇ ਅਰਥ ਨੇ ਮਕਾਨ, ਸੋਹਣੇ ਮਹਿਲਾਂ ਦਾ ਰਸ। ਰਸ ਘੋੜੇ ਰਸ ਸੇਜਾ ਮੰਦਰ। ਰਸ ਮਿੱਠਾ, ਤੇ ਮਿੱਠਾ ਖਾਣ ਦਾ ਰਸ, ਮਿੱਠੀਆਂ ਚੀਜ਼ਾਂ ਖਾਣ ਦਾ ਸਵਾਦ। ਰਸ ਮਾਸ, ਤੇ ਮਾਸ ਖਾਣ ਦਾ ਰਸ ਜਿਹੜਾ, ਇਹ ਸਾਰੇ ਸਰੀਰ ਦੇ ਰਸ ਨੇ। ਗੁਰੂ ਸਾਹਿਬ ਨੇ ਕਿਹਾ ਇਤੇ ਰਸ ਸਰੀਰ ਕੇ। ਇਹ ਸਾਰੇ ਸਰੀਰ ਦੇ ਰਸ ਨੇ, ਕਹਿ ਘਟ ਨਾਮ ਨਿਵਾਸ। ਜਦੋਂ ਮੇਰਾ ਜੀਵਨ ਇਹਨਾਂ ਹੀ ਰਸਾਂ ਨਾਲ ਭਰਿਆ ਹੋਇਆ ਹੈ, ਤੇ ਉਹ ਨਾਮ ਦਾ ਰਸ ਕਿੱਥੇ ਨਿਵਾਸ ਕਰੇਗਾ, ਕਿਹੜੀ ਥਾਂ ਤੇ ਟਿਕੇਗਾ? ਕੋਈ ਅੰਦਰ ਥਾਂ ਖਾਲੀ ਬਣੇਗੀ ਤੇ ਤਾਂ ਇਹ ਜਿਹੜਾ ਨਾਮ ਦਾ ਰਸ ਹੈ, ਪਰਮਾਤਮਾ ਦਾ, ਧਰਮ ਦਾ ਰਸ ਅੰਦਰ ਟਿਕੇਗਾ। ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਉਹਨਾਂ ਨੂੰ ਮਿਲਣ ਵਾਸਤੇ ਉਸ ਸਮੇਂ ਦਾ ਇੱਕ ਬਹੁਤ ਵੱਡਾ ਰਿਸ਼ੀ ਆਇਆ, ਦੇਵਗਿਰੀ ਜਿਹਦਾ ਨਾਮ ਸੀ, ਔਰ ਇਹ ਹਕੀਮ ਵੀ ਸੀ। ਬੜੀਆਂ ਬੜੀਆਂ ਜੜੀਆਂ, ਕਿਉਂਕਿ ਆਮ ਤੌਰ ਤੇ ਪਰਬਤਾਂ ਵਿੱਚ ਰਹਿੰਦੇ ਨੇ ਰਿਸ਼ੀ ਲੋਕ ਜਿਹੜੇ, ਉੱਥੋਂ ਫਿਰ ਇਹ ਵੀ ਖੋਜ ਕਰਦੇ ਰਹਿੰਦੇ ਵੀ ਕਿਹੜੀ ਜੜੀ ਕਿਹੜੀ ਬਿਮਾਰੀ ਵਾਸਤੇ ਕੰਮ ਕਰਦੀ। ਜਿੰਨੀ ਹਿਕਮਤ ਆਈ ਸਾਰੀ ਰਿਸ਼ੀਆਂ ਨੇ ਲੱਭੀ ਹੈ। ਉਹਦਾ ਕਾਰਨ ਸੀ ਪਰਬਤਾਂ ਤੇ ਰਹਿੰਦੇ ਸਨ, ਉੱਥੇ ਕਦੀ ਕਦੀ ਉਹਨਾਂ ਨੂੰ ਸਮਾਂ ਮਿਲਦਾ ਸੀ ਜੜੀਆਂ ਬੂਟੀਆਂ ਨੂੰ ਵੇਖਣ ਦਾ, ਔਰ ਗਿਆਨ ਦੁਆਰਾ ਉਹ ਸਮਝ ਵੀ ਲੈਂਦੇ ਸਨ ਇਹ ਬੂਟੀ ਕਿਹੜੀ ਹੈ ਤੇ ਕਿਹੜੀ ਬਿਮਾਰੀ ਵਿੱਚ ਕੰਮ ਕਰਦੀ। ਤਾਂ ਉਹਨੇ ਇੱਕ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਇਆ ਮਿਲਣ ਵਾਸਤੇ, ਦੇਵਗਿਰੀ। ਤਾਂ ਦੇਵਗਿਰੀ ਦੇ ਕੋਲ ਇੱਕ ਕੱਪੜੇ ਵਿੱਚ ਵੱਜੀ ਹੋਈ ਛੋਟਾ ਜਿਹਾ ਟੁਕੜਾ ਸੀ, ਥੋੜਾ ਜਿਹਾ ਚੂਰਨ ਸੀ ਉਹਦੇ ਵਿੱਚ। ਉਹਨੇ ਗੁਰੂ ਅੰਗਦ ਦੇਵ ਜੀ ਦੇ ਅੱਗੇ ਰੱਖ ਦਿੱਤਾ, ਕਹਿਣ ਲੱਗੇ ਮੇਰੀ ਸਾਰੀ ਉਮਰ ਦਾ ਤਜਰਬਾ ਹੈ, ਤੁਹਾਡੇ ਕੰਮ ਆ ਜਾਏਗਾ, ਤੁਸੀਂ ਕੰਮ ਕਰ ਰਹੇ ਹੋ, ਸੇਵਾ ਕਰ ਰਹੇ ਹੋ। ਗੁਰੂ ਸਾਹਿਬ ਨੇ ਪੁੱਛਿਆ ਕੀ ਹੈ? ਕਹਿਣ ਲੱਗੇ ਇਹਦੇ ਵਿੱਚ ਇੱਕ ਧਾਤ ਹੈ, ਜਦੋਂ ਕਿਤੇ ਜ਼ਰੂਰਤ ਪਏ ਥੋੜਾ ਜਿਹਾ ਕਿਸੇ ਲੋਹੇ ਨਾਲ, ਤਾਂਬੇ ਨਾਲ ਇਹਨੂੰ ਰਗੜ ਲੈਣਾ, ਸੋਨਾ ਬਣ ਜਾਏਗਾ, ਕੰਮ ਆ ਜਾਏਗਾ।
ਸੰਸਾਰ ਵਿੱਚ ਜਿੰਨੀ ਮਰਜ਼ੀ ਮਾਇਆ ਦੇ ਤੂੰ ਪੈਦਾ ਕਰ ਲਓ। ਸਤਿਗੁਰਾਂ ਨੇ ਫੜ ਕੇ ਦੇਖਿਆ ਤੇ ਵਾਪਸ ਕਰ ਦਿੱਤਾ। ਕਹਿਣ ਲੱਗੇ ਰਿਸ਼ੀ ਰਾਜ, ਇਹਦੇ ਤੋਂ ਵੱਡੀ ਜੜੀ ਬੂਟੀ ਸਾਡੇ ਕੋਲ ਪਹਿਲਾਂ ਹੈ। ਇਹ ਤਾਂ ਬਾਰ-ਬਾਰ ਸੋਨਾ ਕਰਦੀ, ਉਹ ਅੰਦਰੋਂ ਵੀ ਸੋਨਾ ਕਰ ਦਿੰਦੀ ਆਦਮੀ ਨੂੰ। ਇਹ ਤਾਂ ਬਾਹਰੋਂ ਸੋਨਾ ਬਣਾਏਗੀ। ਤੇ ਫਿਰ ਤੁਸੀਂ ਮੈਨੂੰ ਦੇ ਰਹੇ ਹੋ, ਮੈਂ ਇੱਕ ਦਿਨ 1 ਕਿਲੋ ਸੋਨਾ ਬਣਾਵਾਂਗਾ, ਦੂਸਰੇ ਦਿਨ 10 ਕਿਲੋ ਬਣਾਵਾਂਗਾ, ਫਿਰ ਉਹਨੂੰ ਸੰਭਾਲਣ ਤੇ ਤੁਰਿਆ ਫਿਰਾਂਗਾ। ਫਿਰ ਇਹ ਅਡੰਬਰ ਵੱਧ ਜਾਏਗਾ, ਫਿਰ ਇਹ ਖਿਲਾਰਾ ਵੱਧ ਜਾਏਗਾ। ਫਿਰ ਇਹ ਮੇਰਾ ਧਿਆਨ, ਮੇਰਾ ਜੀਵਨ, ਮੇਰਾ ਸਮਾਂ ਇਸ ਚੀਜ਼ ਦੀ ਪਰਿਕਰਮਾ ਕਰਨ ਲੱਗ ਜਾਏਗਾ। ਔਰ ਜਿਹੜਾ ਮੇਰਾ ਬੁਨਿਆਦੀ ਮੇਰਾ ਨਿਸ਼ਾਨਾ ਮਿਸ਼ਨ ਹੈ ਕਿ ਸ਼ਬਦ ਨਾਲ ਜੋੜਨਾ ਸੰਸਾਰ ਨੂੰ, ਉਹਦੇ ਤੋਂ ਮੈਂ ਲਾਂਭੇ ਹੋ ਜਾਵਾਂਗਾ, ਪਾਸੇ ਹੋ ਜਾਵਾਂਗਾ। ਇਸ ਕਰਕੇ ਇਹਨੂੰ ਤੁਸੀਂ ਆਪਣੇ ਕੋਲ ਰੱਖੋ। ਸਾਡੇ ਕੋਲ ਇੱਕ ਧਾਤ ਹੈ ਸ਼ਬਦ ਦੀ, ਜਿਹਦੇ ਨਾਲ ਜੀਵਨ ਸ਼ੁੱਧ ਹੋ ਜਾਂਦਾ, ਸੋਨਾ ਹੋ ਜਾਂਦਾ ਹੈ। ਔਰ ਫਿਰ ਉਹਦੇ ਨਾਲ ਜਿਹੜੀ ਜਿਹੜੀ ਚੀਜ਼ ਲੱਗਦੀ ਉਹ ਸਾਰੀ ਆਪਣੇ ਆਪ ਉੱਤਮ ਹੋ ਜਾਂਦੀ, ਵੱਡੀ ਹੋ ਜਾਂਦੀ। ਨਾਮ ਸਭ ਤੋਂ ਵੱਡਾ ਹੈ ਨਾ, ਪਰਮਾਤਮਾ ਦੀ ਯਾਦ ਸਭ ਤੋਂ ਵੱਡੀ ਹੈ। ਪਹਿਲਾਂ ਅੰਦਰ ਯਾਦ ਆਵੇ, ਪਹਿਲਾਂ ਅੰਦਰ ਪਰਮਾਤਮਾ ਦਾ ਸ਼ਬਦ ਵਸੇ, ਉਹਦੇ ਤੋਂ ਬਾਅਦ ਸੋਨਾ ਵੀ ਆ ਜਾਏ, ਉਹ ਵੀ ਹਜਮ ਹੋ ਜਾਏਗਾ। ਜੇ ਅੰਦਰ ਨਾਮ ਨਹੀਂ ਤੇ ਪਹਿਲਾਂ ਧਨ ਆ ਗਿਆ, ਡੋਬ ਕੇ ਰੱਖ ਦੇਗਾ ਸਭ ਕੁਝ। ਇਸ ਲਈ ਫਸਟ, ਸਭ ਤੋਂ ਪਹਿਲਾਂ ਧਰਮ ਦੀ ਜ਼ਰੂਰਤ ਹੈ ਜੀਵਨ ਵਿੱਚ। ਇਹ ਜਿਹੜੀ ਮਾਇਆ ਸੰਸਾਰ ਦੀ ਤੇ ਸ਼ਕਤੀ ਹੈ ਬਹੁਤ ਵੱਡੀ, ਇਹਨੂੰ ਕੰਟਰੋਲ ਕਰਨ ਵਾਲੀ ਚੀਜ਼ ਪਹਿਲਾਂ ਹੋਣੀ ਚਾਹੀਦੀ ਘਰ ਵਿੱਚ। ਜੇ ਕਿਸੇ ਨੇ ਘਰ ਵਿੱਚ ਸ਼ੇਰ ਰੱਖਿਆ ਤੇ ਪਿੰਜਰਾ ਪਹਿਲਾਂ ਚਾਹੀਦਾ, ਨਹੀਂ ਤਾਂ ਉਹ ਸਾਰੇ ਪਰਿਵਾਰ ਨੂੰ ਖਤਮ ਕਰ ਦੇਗਾ। ਮਾਇਆ ਦੇ ਅਰਥ ਨੇ ਸ਼ਕਤੀ, ਤਾਕਤ, ਤੇ ਗੁਰੂ ਕਾ ਸ਼ਬਦ ਦਾ ਅਰਥ ਹੈ ਉਸ ਮਾਇਆ ਨੂੰ ਪਿੰਜਰੇ ਵਿੱਚ, ਕੰਟਰੋਲ ਵਿੱਚ ਰੱਖਣ ਵਾਲੀ ਸ਼ਕਤੀ। ਉਹਦੇ ਤੋਂ ਵੀ ਵੱਡੀ ਸ਼ਕਤੀ। ਤਾਂ ਪਹਿਲਾਂ ਜੇ ਸ਼ਕਤੀ ਨੂੰ ਲਿਆਉਣਾ ਤੇ ਪਹਿਲਾਂ ਸ਼ਕਤੀ ਨੂੰ ਕੰਟਰੋਲ ਕਰਨ ਵਾਸਤੇ ਚੀਜ਼ ਚਾਹੀਦੀ, ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ, ਹਸਤੀ ਸਿਰ ਜੋ ਅੰਕੁਸ਼ ਹੈ। ਹਾਥੀ ਬੜਾ ਤਾਕਤਵਰ ਹੈ, ਜੇ ਹਾਥੀ ਨੂੰ ਚਲਾਉਣਾ ਹੀ ਤੇ ਪਹਿਲਾਂ ਉੱਤੇ ਮਹਾਵਤ ਬਣਨ ਦੀ ਜਾਚ ਸਿੱਖ ਕਿਵੇਂ ਚਲਾਉਣਾ ਹੈ। ਹਸਤੀ ਸਿਰ ਜੋ ਅੰਕੁਸ਼ ਹੈ, ਉਸ ਅੰਕੁਸ਼ ਦੀ ਜਾਚ ਸਿੱਖ ਕਿਵੇਂ। ਉਹ ਛੋਟਾ ਜਿਹਾ ਫੁੱਟ ਸਵਾ ਫੁੱਟ ਦਾ ਇੱਕ ਡੰਡਾ ਹੈ, ਸਰੀਆ ਹੈ, ਉਹਦੇ ਨਾਲ ਹਾਥੀ ਦੇ ਸਿਰ ਤੇ ਉਹਨੂੰ ਲਾ ਕੇ ਕਿੱਧਰ ਨੂੰ ਮੋੜਨਾ ਹੈ, ਕਿੱਧਰ ਲੈ ਕੇ ਜਾਣਾ ਹੈ, ਇਹਦੀ ਜਾਚ ਪਹਿਲਾਂ ਸਿੱਖ ਤੇ ਹਾਥੀ ਦੀ ਜਾਚ ਬਾਅਦ ਵਿੱਚ। ਹਾਥੀ ਬਾਅਦ ਵਿੱਚ ਲਿਆਈ, ਮਾਇਆ ਬਾਅਦ ਵਿੱਚ ਮੰਗੀ। ਗੁਰੂ ਤੋਂ ਪਹਿਲਾਂ ਮਾਇਆ ਨੂੰ ਵਰਤਨ ਦੀ ਜਾਚ ਸਿੱਖ, ਨਹੀਂ ਤੇ ਭ੍ਰਿਸ਼ਟ ਕਰਕੇ ਰੱਖ ਦੇਗੀ, ਨਹੀਂ ਤੇ ਉਹਦੇ ਵਿੱਚ ਡੁੱਬ ਜਾਏਗਾ ਜੀਵਨ। ਹਸਤੀ ਸਿਰ ਜਿਉ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ। ਉਹ ਅੰਕੁਸ਼ ਕਿਵੇਂ ਮਿਲੇਗਾ, ਉਹ ਜੁਗਤ ਕਿਵੇਂ ਮਿਲੇਗੀ, ਉਹ ਜੀਵਨ ਕਿਵੇਂ ਮਿਲੇਗਾ। ਗੁਰੂ ਅਮਰਦਾਸ ਜੀ ਨੇ ਕਿਹਾ, ਅਹਰਣ ਜਿਉ ਸਿਰ ਦੇ। ਅਹਰਣ ਉਸ ਲੋਹੇ ਦੇ ਟੁਕੜੇ ਨੂੰ ਕਹਿੰਦੇ ਨੇ ਜਿਹਦੇ ਉੱਤੇ ਹਥੌੜੇ ਦੇ ਨਾਲ ਕੁੱਟ-ਕੁੱਟ ਕੇ ਔਜ਼ਾਰ ਤਿਆਰ ਕੀਤੇ ਜਾਂਦੇ ਨੇ। ਆਪਣਾ ਸਿਰ, ਆਪਣਾ ਜੀਵਨ ਪਰਮਾਤਮਾ ਨੂੰ, ਗੁਰੂ ਨੂੰ ਸੌਂਪ ਦੇ, ਜਿਵੇਂ ਉਸ ਅਹਰਣ ਨੇ ਆਪਣਾ ਸਿਰ ਜਿਹੜਾ ਹਥੌੜੇ ਨੂੰ ਸੌਂਪਿਆ। ਜਿੰਨੀਆਂ ਮਰਜ਼ੀ ਸੱਟਾਂ ਵੱਜਣ, ਉਹ ਅਹਰਣ ਨਾ ਨਹੀਂ ਕਰਦੀ। ਇਸ ਤਰ੍ਹਾਂ ਪਹਿਲਾਂ ਆਪਣਾ ਜੀਵਨ ਸੌਂਪ, ਕਿਉਂਕਿ ਕੁੰਡਾ ਜਿਹੜਾ ਨਾ ਉਹਨੂੰ ਬਣਾਉਣਾ ਹੁੰਦਾ ਪਹਿਲਾਂ। ਕੁੰਡਾ ਤਾਂ ਬਣਦਾ ਜੇ ਅਹਰਣ ਹੋਵੇਗੀ, ਬਣਾਉਣ ਵਾਲਾ ਹੋਵੇਗਾ ਤੇ ਹਥੌੜਾ ਹੋਵੇਗਾ। ਅਹਰਣ ਜਿਉਂ ਸਿਰ ਦੇ। ਤੇ ਅਹਰਣ ਦਾ ਇੱਕ ਖੂਬੀ ਹੈ, ਉਹਦਾ ਗੁਣ ਹੈ ਇੱਕ, ਕਿ ਉਹ ਲੋਹਾਰ ਦੀ, ਲੋਹਾ ਕੁੱਟਣ ਵਾਲੇ ਦੀ, ਸੁਨਿਆਰ ਦੀ ਦੁਕਾਨ ਤੇ ਵੀ ਹੁੰਦੀ ਏ। ਜਿਸ ਵਕਤ ਉਹਦੇ ਉੱਤੇ ਲੋਹਾਰ ਚੋਟਾਂ ਮਾਰਦਾ ਨਾ ਨਹੀਂ ਕਰਦੀ, ਤੇ ਜਿਉਂ-ਜਿਉਂ ਉਹਨੂੰ ਚੋਟਾਂ ਵੱਜਦੀਆਂ ਨੇ ਤਿਉਂ-ਤਿਉਂ ਉਹਦੇ ਚੌਹਾਂ ਪਾਸਿਓਂ ਜਿਹੜਾ ਸਿਰ ਹੈ, ਕਿਨਾਰੇ ਉਹਦੇ ਨੇ ਜ਼ਮੀਨ ਵੱਲ ਝੁਕਦੇ ਜਾਂਦੇ ਨੇ। ਉਹ ਸਹਿਜੇ-ਸਹਿਜੇ ਸੱਟਾਂ ਖਾ ਕੇ ਜ਼ਮੀਨ ਵੱਲ ਝੁਕਦੀ, ਨਿਮਰਤਾ ਹੁੰਦੀ ਹੈ। ਅਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਬੀ ਸੇਵ ਕਰੇ। ਆਪਣਾ ਮਨ ਤੇ ਤਨ ਉਸ ਅਹਰਣ ਦੇ ਉੱਤੇ ਰੱਖਦਾ ਤੇ ਸੇਵਾ ਕਰੇ, ਸਿਮਰਨ ਕਰੇ। ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸਿਸ਼ਟ ਕਾਲੇ। ਉਹਦੇ ਤੋਂ ਬਾਅਦ ਫਿਰ ਸਾਰਾ ਸੰਸਾਰ ਹੀ ਤੇਰਾ ਹੈ। ਬੇਨਤੀ ਕਰ ਰਿਹਾ ਸੀ, ਸਤਿਗੁਰੂ ਨੇ ਕਿਹਾ, ਆਖਣ ਆਖ ਨਾ ਰੱਜਿਆ,
ਨਿੰਦਿਆ ਕਰ ਕਰਕੇ ਜ਼ੁਬਾਨ ਕਦੀ ਨਹੀਂ ਰੱਜਦੀ। ਸਰੀਰ ਦੀਆਂ ਤ੍ਰਿਸ਼ਨਾਵਾਂ ਇੰਨੀਆਂ ਤੇਜ਼ ਨੇ ਜਿਨ੍ਹਾਂ ਦੀ ਤ੍ਰਿਪਤੀ ਮਨੁੱਖ ਸਾਰੀ ਉਮਰ ਨਹੀਂ ਕਰ ਸਕਦਾ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ। ਗੁਰੂ ਸਾਹਿਬ ਨੇ ਕਿਹਾ ਆਪਣੀ ਜ਼ੁਬਾਨ ਤੇ ਹੱਥ ਮਾਰ ਕੇ ਵੇਖ, ਜਦੋਂ ਤੋਂ ਜਨਮ ਲਿਆ ਕਿੰਨਾ ਕੁਝ ਇਹਨੂੰ ਖਵਾਇਆ, ਖਾ ਖਾ ਕੇ ਜ਼ੁਬਾਨ ਘਸ ਗਈ ਹੈ, ਛੋਟੀ ਪੈ ਗਈ ਹੈ। ਜ਼ੁਬਾਨ ਘਸ ਗਈ ਖਾ ਖਾ ਕੇ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆਂ ਸਭ ਅੰਗ, ਕੱਪੜੇ ਪਾ ਪਾ ਕੇ ਸਰੀਰ ਘਸ ਗਿਆ, ਪੁਰਾਣਾ ਪੈ ਗਿਆ। ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਜਿਨ੍ਹਾਂ ਨੂੰ ਸੱਚੇ ਨਾਮ ਦਾ ਰੰਗ ਪਿਆਰ ਨਹੀਂ ਜਾਗਿਆ, ਇਹ ਖਾਣਾ ਪਹਿਨਣਾ ਉਹਨਾਂ ਦਾ ਬੇਕਾਰ ਚਲਾ ਗਿਆ। ਹੋਰ ਉਦਾਹਰਨ ਦਿੱਤੀ ਗੁਰੂ ਸਾਹਿਬ ਨੇ, ਕਹਿਣ ਲੱਗੇ ਇਸ ਜੀਵਨ ਦੇ ਅੰਦਰ ਮਨੁੱਖੀ ਤਨ ਧਾਰਨ ਕਰਕੇ ਜਿਨ੍ਹਾਂ ਲੋਕਾਂ ਨੇ ਕੇਵਲ ਖਾਣਾ ਪੀਣਾ ਹੀ ਜੀਵਨ ਸਮਝ ਲਿਆ, ਉਹਨਾਂ ਨੂੰ ਦਿਨ ਦੇ ਉਲਾਮੇ 100 ਮਿਲਦੇ ਨੇ ਤੇ ਰਾਤ ਦੇ 1000 ਉਲਾਮਾ ਉਹਨਾਂ ਨੂੰ ਪਰਮਾਤਮਾ ਦੇ ਦਰਬਾਰ ਵਿੱਚੋਂ ਮਿਲਦਾ ਹੈ। 100 ਉਲਾਮੇ ਦਿਨੇ ਕੇ, ਰਾਤੀ ਮਿਲਣ ਸਹੰਸ। ਇਹ ਦੋ ਗੱਲਾਂ ਇਕੱਠੀਆਂ ਕੀਤੀਆਂ ਗੁਰੂ ਸਾਹਿਬ ਨੇ। 100 ਦਿਨ ਦੇ ਉਲਾਮੇ ਤੇ ਰਾਤ ਦੇ ਅਰਥ ਨੇ ਇੱਥੇ ਅੰਮ੍ਰਿਤ ਵੇਲਾ। ਇੱਥੇ ਰਾਤ ਦੇ ਅਰਥ ਉਹ ਰਾਤ ਨਹੀਂ ਜਿਹਦੇ ਵਿੱਚ ਆਦਮੀ ਨੇ ਆਰਾਮ ਕਰਨਾ ਹੈ, ਕਿਉਂਕਿ ਗੁਰਬਾਣੀ ਵਿੱਚ ਸ਼ਬਦ ਆਏ ਨੇ ਰਾਤ ਦੇ ਸੰਬੰਧ ਵਿੱਚ, ਪਿਛਲ ਰਾਤ ਨਾ ਜਾਗਿਓ। ਗੁਰੂ ਸਾਹਿਬ ਕਹਿੰਦੇ ਨੇ ਦਿਨੇ ਬੰਦਾ ਪ੍ਰਮਾਤਮਾ ਨੂੰ ਯਾਦ ਨਾ ਕਰੇ ਤੇ 100 ਉਲਾਮਾ ਮਿਲੇਗਾ, ਪਰ ਜੇ ਉਹ ਅੰਮ੍ਰਿਤ ਵੇਲੇ ਵੀ ਨਹੀਂ ਚੇਤੇ ਕਰਦਾ ਫਿਰ 10 ਗੁਣਾ ਵੱਧ ਜਾਣਗੇ। ਫਿਰ ਸੰਸ ਦਾ ਅਰਥ ਹੈ 1000 ਲੱਖਾਂ ਦੀ ਗਿਣਤੀ ਵਿੱਚ ਵੱਧ ਜਾਣਗੇ। ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਕਰੰਗ ਕਹਿੰਦੇ ਨੇ ਜਿੱਥੇ ਪਸ਼ੂਆਂ ਦੀ ਖੱਲ ਲਾਈ ਜਾਂਦੀ, ਮਰੇ ਹੋਏ ਪਸ਼ੂਆਂ ਦੀ, ਉੱਥੇ ਉਹਨਾਂ ਦੀਆਂ ਹੱਡੀਆਂ ਪਈਆਂ ਹੁੰਦੀਆਂ, ਉਹਨਾਂ ਨੂੰ ਕਰੰਗ ਕਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਉਹ ਹੱਦ ਹੋ ਗਈ, ਇਸ ਹੱਡੋ ਰੋੜੇ ਤੇ ਇਹਨਾਂ ਹੱਡੀਆਂ ਨੂੰ ਖਾਣ ਵਾਸਤੇ ਕਾਗ ਆ ਜਾਏ, ਕੌਵੇ ਆ ਜਾਣ, ਕੁੱਤੇ ਆ ਜਾਣ, ਇਹ ਤੇ ਗੱਲ ਫੱਬਦੀ। ਕਹਿੰਦੇ ਹੈਰਾਨੀ ਹੋ ਗਈ, ਹੰਸ ਜਿੰਨੇ ਮਾਨ ਸਰੋਵਰ ਤੇ ਬਹਿਣਾ ਸੀ ਉਹ ਵੀ ਹੱਡੀਆਂ ਵਿੱਚ ਲੱਗਾ ਹੋਇਆ। ਸਿਫਤ ਸਲਾਹਣ ਛੱਡ ਕੇ ਹੰਸ ਉਸ ਹੱਡੀਆਂ ਵਿੱਚ ਆ ਕੇ ਬਹਿ ਗਿਆ। ਇਹਦੇ ਅਰਥ ਕੀ ਨੇ? ਬੜਾ ਅਜੀਬ ਹੋਵੇਗਾ। ਵੈਸੇ ਹੰਸ ਜਿਹੜਾ ਹੈ ਉਹ ਕਹਿੰਦੇ ਨੇ ਵੀ ਮਾਨ ਸਰੋਵਰ ਤੋਂ ਮੋਤੀ ਚੁਗਣ ਤੋਂ ਬਿਨਾਂ ਕੁਝ ਖਾਂਦਾ ਨਹੀਂ, ਉਹ ਕੇਵਲ ਮੋਤੀ ਚੁਗਦਾ ਹੈ, ਉਹ ਨਹੀਂ ਹੋਰ ਕੁਝ ਖਾਂਦਾ। ਪਰ ਇੱਥੇ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਇੱਕ ਹੈਰਾਨਗੀ ਵਾਲੀ ਚੀਜ਼ ਵੇਖੀ ਕਿ ਜਿਹੜਾ ਹੰਸ ਮੋਤੀ ਤੋਂ ਬਿਨਾਂ ਉਹਦੀ ਕੋਈ ਖੁਰਾਕ ਨਹੀਂ, ਉਹ ਪਸ਼ੂਆਂ ਦੀਆਂ ਹੱਡੀਆਂ ਵਿੱਚ, ਗੰਦਗੀ ਵਿੱਚ, ਬਦਬੂ ਵਿੱਚ, ਦੁਰਗੰਧ ਵਿੱਚ ਆ ਕੇ ਬੈਠਾ ਹੋਇਆ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਇਹ ਹੰਸ ਕਿਹੜਾ ਹੈ? ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦੇ ਪੰਛੀ ਗਿਣੇ ਨੇ ਗੁਰਬਾਣੀ ਨੇ, ਇੱਕ ਨੂੰ ਹੰਸ ਕਿਹਾ, ਦੂਸਰੇ ਨੂੰ ਕਾਗ ਕਿਹਾ ਹੈ, ਕਊਆ। ਬਚਨ ਆਉਂਦਾ ਬਾਣੀ ਦੇ ਅੰਦਰ, ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਹਾਤੈ ਕਊਆ ਹੰਸ ਹੋਵੈ। ਇਹੀ ਜਿਹੜਾ ਧਿਆਨ, ਇਹ ਜਿਹੜਾ ਮਨ ਹੈ, ਕਾਗ ਦਾ ਰੂਪ ਵੀ ਧਾਰਨ ਕਰ ਸਕਦਾ ਹੈ, ਔਰ ਜਦੋਂ ਗੁਰੂ ਕੇ ਸ਼ਬਦ ਦੀ ਸੰਗਤ ਮਿਲੇਗੀ ਕਾਗ ਤੋਂ ਹੰਸ ਵੀ ਬਣ ਸਕਦਾ ਹੈ। ਹੁਣ ਇਹ ਅਸੀਂ ਅੰਦਰੋਂ ਵੇਖ ਲਵਾਂਗੇ ਸਾਡਾ ਅੰਦਰਲਾ ਹੰਸ ਕਾਂ ਹੈ ਕਿ ਹੰਸ ਹੈ। ਅੰਦਰਲਾ ਜਿਹੜਾ ਆਤਮਾ ਹੈ ਨਾ, ਉਹ ਕਿਵੇਂ ਦਾ ਹੈ? ਗੁਰੂ ਸਾਹਿਬ ਕਹਿੰਦੇ ਆਤਮਾ ਜਿਹੜਾ ਸੀ ਹੰਸ ਵਰਗਾ ਸੀ, ਪਰ ਲੱਗ ਗਿਆ ਹੱਡੀਆਂ ਖਾਣ ਵਾਸਤੇ, ਬਦਬੂ ਵਿੱਚ ਲੱਗ ਗਿਆ। ਕਰੰਗੀ ਲੱਗਾ ਹੰਸ। ਜਿਹੜਾ ਧਿਆਨ, ਜਿਹੜੀ ਸੁਰਤ, ਜਿੰਨੇ ਸ਼ਬਦ ਵਿੱਚ ਜੁੜਨਾ ਸੀ, ਸਰੀਰ ਨੇ ਤੇ ਜੁੜਨਾ ਸੀ ਸੰਸਾਰ ਨਾਲ, ਕੋਈ ਸ਼ੱਕ ਨਹੀਂ। ਸਰੀਰ ਨੂੰ ਸੰਸਾਰ ਦੀ ਖੁਰਾਕ ਚਾਹੀਦੀ ਸੀ। ਸਰੀਰ ਨੂੰ ਸੰਸਾਰ ਨਹੀਂ, ਸਰੀਰ ਨੂੰ ਜਿੰਨੇ ਤੱਤ ਚਾਹੀਦੇ ਨੇ ਸਾਰੇ ਜ਼ਮੀਨ ਵਿੱਚੋਂ ਨਿਕਲਦੇ ਨੇ। ਉਹ ਤੱਤ ਇਹਦੇ ਕੋਲ ਪੂਰੇ ਚਾਹੀਦੇ ਸਨ, ਤਾਂ ਇਹਦਾ ਸਰੀਰ ਚੱਲਣਾ ਸੀ। 5 ਤੱਤਾਂ ਤੋਂ ਸਰੀਰ ਬਣਿਆ ਹੈ। ਤੇ ਆਹ ਜਿਹੜੀ ਰੋਟੀ ਅਸੀਂ ਖਾਂਦੇ ਹਾਂ, ਹੋਰ ਕੀ ਹੈ? 5 ਤੱਤ ਹੀ ਨੇ, ਹੋਰ ਕੀ ਹੈ ਇਹਦੇ ਵਿੱਚ? 5 ਤੱਤਾਂ ਤੋਂ ਸਰੀਰ ਬਣਿਆ ਹੈ। ਅੱਗ ਤੋਂ, ਹਵਾ ਤੋਂ, ਪਾਣੀ, ਆਕਾਸ਼, ਇਹਨਾਂ ਸਾਰਿਆਂ ਨੂੰ ਮਿਲਾ ਕੇ ਅਗਨੀ ਤੋਂ ਇਹ ਬਣਿਆ। ਤੇ ਰੋਟੀ ਵਿੱਚ ਕੀ ਹੈ? એનર્ਜੀ ਹੈ, ਅਗਨੀ ਹੈ ਉਹਦੇ ਵਿੱਚ।
ਮਿੱਟੀ ਵੀ ਉਹਦੇ ਵਿੱਚ ਹੈ, ਪਾਣੀ ਆਪਾਂ ਵੈਸੇ ਪੀ ਲੈਂਦੇ ਹਾਂ, ਅਗਨੀ ਸਾਨੂੰ ਉਹਦੇ ਵਿੱਚੋਂ ਮਿਲ ਜਾਂਦੀ ਹੈ, ਆਕਾਸ਼ ਤੱਤ ਸਾਨੂੰ ਵੈਸੇ ਮਿਲੀ ਜਾ ਰਿਹਾ ਹੈ। ਤਾਂ ਇਹ ਪੰਜੇ ਤੱਤਾਂ ਤੋਂ ਜਿਹੜਾ ਸਰੀਰ ਬਣਿਆ, ਪੰਜ ਤੱਤ ਦੀ ਖੁਰਾਕ ਸਾਨੂੰ ਬਾਹਰੋਂ ਚਾਹੀਦੀ ਸੀ, ਤਾਂ ਸਰੀਰ ਨੇ ਤੁਰਨਾ ਸੀ। ਪਰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੀ ਆਤਮਾ ਸੀ ਇਹ ਸ਼ਬਦ ਤੋਂ ਬਣੀ ਸੀ, ਨਾਮ ਤੋਂ, ਇਹਨੂੰ ਨਾਮ ਚਾਹੀਦਾ ਸੀ, ਪਰ ਬੰਦੇ ਨੇ ਆਪਣੀ ਆਤਮਾ ਨੂੰ, ਸੁਰਤ ਨੂੰ ਵੀ ਉਸ ਮਿੱਟੀ ਵਿੱਚ ਹੀ ਲਾ ਦਿੱਤਾ, ਧਿਆਨ ਨੂੰ ਮਿੱਟੀ ਵਿੱਚ ਲਾ ਦਿੱਤਾ, ਉਹ ਵੀ ਉਹਦੇ ਵਿੱਚ ਗੱਡ ਦਿੱਤੀ। ਇਹਨੂੰ ਕਹਿੰਦੇ ਨੇ ਹੰਸ ਜਿਹੜਾ ਹੱਡੀਆਂ ਖਾਣ ਲੱਗ ਪਿਆ, ਯਾਨੀ ਕਿ ਆਤਮ ਜਿਹੜਾ ਧਿਆਨ ਸੀ, ਜਿਹੜੀ ਸੁਰਤ ਸੀ, ਜਿਹਨੇ ਸ਼ਬਦ ਵਿੱਚ ਜੁੜਨਾ ਸੀ, ਉਹ ਵੀ ਸੰਸਾਰ ਦੇ ਪਦਾਰਥਾਂ ਦੇ ਆਲੇ ਦੁਆਲੇ ਪਰਿਕਰਮਾ ਕਰਨ ਲੱਗ ਪਈ, ਉਹਦੇ ਬਾਰੇ ਸੋਚਣ ਲੱਗ ਗਈ। ਔਰ ਸਤਿਗੁਰੂ ਨੇ ਅੱਜ ਉਹੀ ਬਚਨ ਕਹੇ ਨੇ, ਗੁਰੂ ਅੰਗਦ ਦੇਵ ਜੀ ਨੇ, ਕਹਿੰਦੇ ਇਸ ਤਰ੍ਹਾਂ 100 ਉਲਾਮੇ ਦਿਨੇ ਕੇ ਰਾਤੀ ਮਿਲਨ ਸਹੰਸ, ਅੰਮ੍ਰਿਤ ਵੇਲੇ ਵੀ ਨਹੀਂ ਜਾਗਿਆ ਤਾਂ ਉਹਦਾ ਉਲਾਮਾ 10 ਗੁਣਾ ਵੱਧ ਗਿਆ, 1000 ਬਣ ਗਏ। ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਇਸ ਤਰ੍ਹਾਂ ਜੀਵਨ ਨੂੰ ਕਦੀ ਤ੍ਰਿਪਤੀ ਨਹੀਂ ਮਿਲਦੀ। ਇੱਕ ਸ਼ਬਦ ਮੈਂ ਭਗਤ ਜੀ ਦਾ ਸਾਂਝਾ ਕਰਕੇ ਅਖਰੀ ਅਰਥ ਕਰਾਂ। ਉਹਨਾਂ ਨੇ ਵੀ ਅੱਜ ਦੇ ਇਸ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਦੇ ਨਾਲ ਸੰਬੰਧਿਤ ਹੋ ਕੇ ਸਾਨੂੰ ਸੁਚੇਤ ਕੀਤਾ। ਜਿਵੇਂ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ, ਨਾ ਅੱਖਾਂ ਰੱਜੀਆਂ ਨੇ, ਨਾ ਕੰਨ ਰੱਜੇ ਹਨ, ਨਾ ਜ਼ੁਬਾਨ ਰੱਜੀ ਹੈ, ਨਾ ਮਨ ਦੀ ਤ੍ਰਿਸ਼ਨਾ ਥੱਕੀ ਹੈ। ਸਰੀਰ ਜਿਹੜਾ ਉਹ ਥੱਕ ਚੁੱਕਾ ਹੈ, ਸਰੀਰ ਜਵਾਬ ਦੇਈ ਜਾ ਰਿਹਾ ਹੈ, ਪਰ ਮਨ ਜਵਾਨ ਹੁੰਦਾ ਜਾ ਰਿਹਾ ਹੈ, ਮਨ ਦੀ ਤ੍ਰਿਸ਼ਨਾ ਹੋਰ ਵੱਧਦੀ ਜਾ ਰਹੀ ਹੈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਥਾਂ ਤੇ ਕਿਰਪਾ ਕੀਤੀ। ਭਗਤ ਜੀ ਦਾ ਬਚਨ ਹੈ, ਭਗਤ ਤਿਰਲੋਚਨ ਜੀ ਨੇ ਸੁਚੇਤ ਕੀਤਾ ਹੈ। ਔਰ ਉਸ ਪਾਸੇ ਆਮ ਤੌਰ ਤੇ ਮਹਾਰਾਸ਼ਟਰ ਵਿੱਚ ਭੈਣ ਨੂੰ ਬਾਈ ਕਹਿੰਦੇ ਨੇ। ਗੁਰਬਾਣੀ ਵਿੱਚ ਸਤ ਸੰਗੀ ਨੂੰ, ਗੁਰਮੁਖ ਨੂੰ ਕਈ ਥਾਵਾਂ ਤੇ ਭੈਣ ਸ਼ਬਦ ਨਾਲ ਸੰਬੋਧਿਤ ਕੀਤਾ ਹੈ। ਆਵਹੁ ਭੈਣੇ ਗਲ ਮਿਲੈ, ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ। ਭਗਤ ਜੀ ਨੇ 22 ਸ਼ਬਦ ਵਰਤਿਆ। ਉਹ ਕਹਿੰਦੇ, ਅਰੀ ਬਾਈ ਹੇ ਭੈਣ, ਹੇ ਗੁਰਮੁਖ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਮਤ ਦੇ ਅਰਥ ਗੁਰਬਾਣੀ ਵਿੱਚ ਇਹ ਬੁੱਧੀ ਵੀ ਆਇਆ, ਪਰ ਇੱਥੇ ਮਤ ਦੇ ਅਰਥ ਹੋਣਗੇ ਕਿਸੇ ਨੂੰ ਬੜੀ ਕਰੜਾਈ ਦੇ ਨਾਲ ਕਿਸੇ ਕੰਮ ਤੋਂ ਰੋਕਣਾ, ਜਾਂ ਕਿਸੇ ਨੂੰ ਬੜਾ ਸੁਚੇਤ ਕਰਨਾ। ਜਿਵੇਂ ਆਪਾਂ ਕਿਸੇ ਮਰੀਜ਼ ਨੂੰ ਕਹਿੰਦੇ ਆ ਵੀ ਤੂੰ ਇਹ ਚੀਜ਼ ਮਤ ਖਾਈ, ਜੇ ਤੂੰ ਖਾ ਲਈ ਤੇ ਬੜਾ ਖਤਰਾ ਹੈ ਇਸ ਖਾਣ ਵਿੱਚ। ਜਾਂ ਅਸੀਂ ਕਿਸੇ ਬੱਚੇ ਨੂੰ ਕਹਿ ਦਿੰਦੇ ਆ ਵੀ ਇਸ ਤਾਰ ਨੂੰ ਹੱਥ ਮਤ ਲਾਉਣਾ, ਇਹਦੇ ਵਿੱਚ ਕਰੰਟ ਹੈ, ਇਹਦੇ ਵਿੱਚ ਲਾਈਟ ਹੈ, ਸੁਚੇਤ ਕਰਨਾ। ਇਸ ਤਰ੍ਹਾਂ ਇਹ ਸ਼ਬਦ ਕਿਹਾ ਹੈ ਕਿ ਹੇ ਭਾਈ ਸੁਚੇਤ ਰਹੀ, ਬੜਾ ਖਤਰਾ ਹੈ ਇਹਦੇ ਵਿੱਚ। ਜੇ ਤੈਨੂੰ ਪ੍ਰਮਾਤਮਾ ਦਾ ਨਾਮ ਭੁੱਲ ਗਿਆ, ਬੜਾ ਵੱਡਾ ਖਤਰਾ ਹੈ, ਬੜਾ ਵੱਡਾ ਨੁਕਸਾਨ ਹੋ ਸਕਦਾ ਤੇਰਾ। ਜੇ ਤੂੰ ਇਸ ਜੀਵਨ ਦੇ ਵਿੱਚ ਪ੍ਰਮਾਤਮਾ ਨੂੰ ਭੁੱਲ ਗਿਆ, ਬੜੇ ਖਤਰੇ ਹਨ ਤੇਰੇ ਵਾਸਤੇ। ਔਰ ਬਾਕੀ ਦੇ ਸਾਰੇ ਸ਼ਬਦ ਵਿੱਚ ਉਹ ਖਤਰੇ ਦੱਸੇ ਹਨ। ਰਹਾਉ ਦੀ ਤੁਕ ਵਿੱਚ ਸੁਚੇਤ ਕੀਤਾ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਰਹਾਉ। ਬਾਕੀ ਦੇ ਜਿਹੜੇ ਬੰਦ ਨੇ ਉਹਨਾਂ ਵਿੱਚ ਉਹ ਖਤਰੇ ਦੱਸੇ ਨੇ। ਕਹਿਣ ਲੱਗੇ, ਫਿਰ ਜਿਹਨੂੰ ਕਿਹਾ ਸੀ ਉਹਨੇ ਪੁੱਛਿਆ, ਜੇ ਮੈਂ ਨਾ ਚੇਤੇ ਕੀਤਾ ਕੀ ਹੋਵੇਗਾ? ਤੇ ਭਗਤ ਜੀ ਨੇ ਕਿਹਾ, ਜੇ ਤੂੰ ਨਾਮ ਨਾ ਚੇਤੇ ਕੀਤਾ, ਤੈਨੂੰ 4 ਚੀਜ਼ਾਂ ਚੇਤੇ ਆਉਣ ਦੀ ਸੰਭਾਵਨਾ ਹੈ। ਉਹਦੇ ਵਿੱਚ ਪਹਿਲੀ ਹੈ ਮਾਇਆ ਕਰੰਸੀ, ਦੂਸਰਾ ਹੈ ਤੈਨੂੰ ਮਕਾਨ ਚੇਤੇ ਆ ਸਕਦੇ ਨੇ, ਮੰਦਰਾਂ ਦਾ ਰਸ, ਤੀਸਰਾ ਹੈ ਇਸਤਰੀ, ਤੇ ਚੌਥਾ ਹੈ ਔਲਾਦ। ਇਹ 4 ਚੀਜ਼ਾਂ ਤੈਨੂੰ ਚੇਤੇ ਵਿੱਚ ਆਪਣੇ ਆਪ ਹੀ ਹੋ ਜਾਣੀਆਂ ਨੇ, ਕਿਉਂਕਿ ਮਨ ਦੀ ਬਣਾਵਟ ਇਸ ਤਰ੍ਹਾਂ ਦੀ ਏ, ਜੇ ਤੁਸੀਂ ਇਹਨੂੰ ਇੱਕ ਚੀਜ਼ ਚੇਤੇ ਵਿੱਚ ਨਾ ਲਿਆਓ, ਇਹਨੇ ਚੇਤੇ ਵਿੱਚ ਕੁਝ ਨਾ ਕੁਝ ਲਿਆਉਣਾ ਹੀ ਲਿਆਉਣਾ ਹੈ। ਇਹ ਬਣੇ ਚੇਤੇ ਵਾਸਤੇ ਹੈ। ਬਣਾਵਟ ਹੀ ਇਸ ਤਰ੍ਹਾਂ ਦੀ ਪ੍ਰਮਾਤਮਾ ਨੇ ਬਣਾਈ, ਚੇਤਾ ਸ਼ਕਤੀ ਪਾਈ ਹੈ। ਇਹ ਇਕੱਲਾ ਨਹੀਂ ਰਹੇਗਾ। ਐਵੇਂ ਕਹਿੰਦੇ ਨੇ ਮਨ ਨੂੰ ਰੋਕ ਲਵੋ, ਗੁਰੂ ਸਾਹਿਬ ਨੇ ਕਿਹਾ ਰੋਕ ਨਾ ਇਸ ਨੂੰ। ਮਨ ਨੂੰ ਰੋਕ ਨਾ, ਮਨ ਨੂੰ ਸ਼ਬਦ ਵਿੱਚ ਲਾ ਦੇ। ਮਨ ਰੁਕਦਾ ਨਹੀਂ ਹੁੰਦਾ, ਲੀਨ ਹੁੰਦਾ ਹੈ। ਇਹ ਫਰਕ ਦੱਸਿਆ ਗੁਰੂ ਸਾਹਿਬ ਨੇ। ਸੁਣਿਆ ਲਾਗੈ ਸਹਿਜ ਧਿਆਨ,
ਆਪਣੇ ਆਪ ਧਿਆਨ ਜੁੜੇ ਤਾਂ ਉਹ ਰੁਕਿਆ ਹੋਇਆ ਮਨ ਸਮਝਣਾ ਠੀਕ ਹੈ। ਜੇ ਇਹਨੂੰ ਧੱਕੇ ਨਾਲ ਹੱਠ ਨਾਲ ਰੋਕਿਆ, ਹੋਰ ਕਈ ਖਿਲਾਰੇ ਪੈ ਜਾਣਗੇ ਜੀਵਨ ਵਿੱਚ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜੇ ਤੂੰ ਨਾਮ ਚੇਤੇ ਨਾ ਕੀਤਾ ਤੇ 4 ਚੀਜ਼ਾਂ ਚੇਤੇ ਕਰ ਸਕਣਾ। ਉਹਨੇ ਵਿੱਚ ਪਹਿਲੀ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਕੁਦਰਤੀ ਤੌਰ ਤੇ ਹੈ ਕਿ ਜਿਹੜਾ ਧਨ ਦੇ ਕਈ ਰੂਪ ਨੇ, ਮਾਇਆ ਦਾ ਇੱਕ ਰੂਪ ਨਹੀਂ ਹੈ। ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ, ਬੜੇ ਭੇਸ ਨੇ ਉਹਦੇ। ਮਾਇਆ ਕੋਲ ਕੱਪੜਿਆਂ ਦਾ ਕੋਈ ਅੰਤ ਨਹੀਂ। ਹੁਣ ਇਹ ਕੱਪੜੇ ਪਾ ਕੇ ਆਏਗੀ, ਤੁਸੀਂ ਪਹਿਚਾਨ ਲਓ, ਉਹਨੂੰ ਪਤਾ ਲੱਗ ਜਾਣਾ ਇਹਨੇ ਮੈਨੂੰ ਪਹਿਚਾਨ ਲਿਆ, ਚਲੀ ਜਾਏਗੀ। ਉਹ ਥੋੜੇ ਚਿਰ ਬਾਅਦ ਵਸਤਰ ਬਦਲ ਕੇ ਆ ਜਾਏਗੀ, ਆਦਮੀ ਨੂੰ ਪਤਾ ਨਹੀਂ ਲੱਗੇਗਾ। ਤਾਂ ਮਾਇਆ ਦੇ ਭੇਸ ਕਈ ਨੇ, ਕਬੀਰ ਜੀ ਨੇ ਕਿਹਾ ਬੜੇ ਰੂਪ ਨੇ ਉਹਦੇ, ਇੱਕ ਤਰ੍ਹਾਂ ਦੀ ਨਹੀਂ ਹੈ। ਉਹਨਾਂ ਵਿੱਚੋਂ ਇੱਕ ਰੂਪ ਵਰਣਨ ਕੀਤਾ ਕਰੰਸੀ ਦਾ, ਨੋਟ ਦਾ, ਜਾਂ ਉਦੋਂ ਮੋਹਰਾਂ ਸਨ, ਜਾਂ ਕਹਿ ਲਓ ਵੀ ਜਿਹੜਾ ਧਨ ਦਾ ਇੱਕ ਰੂਪ ਹੈ, ਉਹਨੂੰ ਕਹਿੰਦੇ ਨੇ ਲక్ష్ਮੀ। ਲక్ష్ਮੀ ਦੀ ਪੂਜਾ ਹੁੰਦੀ ਹੈ ਇਸ ਦੇਸ਼ ਦੇ ਅੰਦਰ। ਤਾਂ ਉਹ ਕਹਿੰਦੇ ਜਿਹੜਾ ਉਹਦਾ ਹੀ ਚਿੰਤਨ ਕਰਦਾ ਹੈ, ਭਗਤ ਜੀ ਨੇ ਕਿਹਾ ਵੀ ਉਹ ਵਾਰ-ਵਾਰ ਸਰਪ ਦੀ ਜੂਨ ਵਿੱਚ ਪੈਂਦਾ ਹੈ। ਇਹ ਭਵਿੱਖ ਸ਼ਬਦ ਕਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ। ਇਹਦੇ ਅਰਥ ਇਹ ਬਣਦੇ ਨਾ ਕਿ ਸਰਪ ਜੂਨ ਵਲ ਵਲ ਅਵਤਰੈ ਦਾ ਅਰਥ ਹੈ ਜਨਮ ਲੈਣਾ। ਪਰ ਸਚਾਈ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵਿਆਖਿਆ ਕੀਤੀ, ਜਨਮ ਲੈਣਾ ਤੇ ਬੜੀ ਦੂਰ ਦੀ ਗੱਲ ਹੈ। ਜੇ ਬੰਦੇ ਦਾ ਧਿਆਨ ਜ਼ਿਆਦਾ ਇਸ ਮਾਇਆ ਵਿੱਚ ਰਵੇ ਤੇ ਉਹ ਜਿਉਂਦੇ ਜੀ ਸੱਪ ਦੀਆਂ ਬਿਰਤੀਆਂ ਉਹਦੇ ਵਿੱਚ ਪ੍ਰਗਟ ਹੋਣ ਲੱਗ ਪੈਂਦੀਆਂ ਨੇ। ਸੱਪ ਦੀਆਂ ਬਿਰਤੀਆਂ ਕੀ ਨੇ? ਸੱਪ ਦੀ ਬਿਰਤੀ ਇਹ ਵੀ ਉਹਦਾ ਕੋਈ ਪਤਾ ਨਹੀਂ ਕਦੋਂ ਡੰਗ ਮਾਰ ਦੇਵੇ। ਇੱਕ ਉਹਦੀ ਬਿਰਤੀ ਇਹ ਵੀ ਸੱਪ ਦੇ ਕੰਨ ਨਹੀਂ ਹੁੰਦੇ, ਬਾਹਰੀ ਤੌਰ ਤੇ ਸੱਪ ਦੇ ਕੋਈ ਕੰਨ ਨਹੀਂ। ਸਿਰਫ ਉਹ ਜਦੋਂ ਜ਼ਮੀਨ ਤੇ ਤੁਰਦਾ ਹੈ ਨਾ, ਤੇ ਜ਼ਮੀਨ ਦੇ ਰਾਹੀਂ ਉਹਦੇ ਸਰੀਰ ਦੇ ਥੱਲੇ ਜਿਹੜੀਆਂ ਲੀਕਾਂ ਜੀਆਂ ਹੁੰਦੀਆਂ ਨੇ, ਉਹਦੇ ਰਾਹੀਂ ਉਹ ਸਾਊਂਡ ਤਰੰਗਾਂ ਨੂੰ ਖਿੱਚ ਕੇ ਉਹਨੂੰ ਪਤਾ ਲੱਗਦਾ ਵੀ ਕੋਈ ਆ ਰਿਹਾ ਹੈ ਜਾਂ ਬੀਣ ਵੱਜ ਰਹੀ ਹੈ। ਉਹਦੇ ਬਾਹਰੀ ਕੰਨ ਕੋਈ ਨਹੀਂ। ਤੇ ਗੁਰੂ ਸਾਹਿਬ ਨੇ ਕਿਹਾ ਨਾ ਸੱਪ ਦੇ ਕੰਨ ਨੇ, ਤੇ ਨਾ ਜਿਹੜਾ ਬੰਦਾ ਮਾਇਆ ਵਿੱਚ ਡੁੱਬ ਗਿਆ ਉਹਦੇ ਵੀ ਕੰਨ ਕੋਈ ਨਹੀਂ ਜੇ, ਉਹ ਵੀ ਬਿਲਕੁਲ ਬੋਲਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ ਹੈ, ਬਿਲਕੁਲ ਕੰਨ ਉਹਦੇ ਵੀ ਕੋਈ ਨਹੀਂ। ਉਹ ਵੈਸੇ ਤਾਂ ਆਏਗਾ ਨਹੀਂ ਗੁਰੂ ਕੋਲ, ਜੇ ਆਇਆ ਸ਼ਬਦ ਨਹੀਂ ਅੰਦਰ ਜਾਣ ਦੇਗਾ। ਨਾ ਉਹਨੇ ਆਪ ਟਿਕਣਾ ਹੈ, ਨਾ ਕੋਲਦਿਆਂ ਨੂੰ ਟਿਕਣ ਦੇਣਾ ਹੈ। ਮਨ ਉਹਦਾ ਉੱਡਦਾ ਰਹੇਗਾ, ਭੱਜਦਾ ਰਹੇਗਾ, ਪਾਸੇ ਜੇ ਮਾਰਦਾ ਰਹੇਗਾ, ਕਦੀ ਇੱਧਰ ਕਦੀ ਉੱਧਰ, ਟਿਕੇਗਾ ਨਹੀਂ, ਕਿਉਂਕਿ ਅੰਦਰ ਬਿਰਤੀ ਸਰਪ ਵਾਲੀ ਪੈਦਾ ਹੋ ਗਈ। ਇਹ ਪਹਿਲੀ ਬਿਰਤੀ ਗੁਰੂ ਸਾਹਿਬ ਨੇ ਕਹੀ ਹੈ। 3 ਬਿਰਤੀਆਂ ਬਾਕੀ ਬਚੀਆਂ ਨੇ, ਸਮੇਂ ਦੀ ਹੁਣ ਸਮਾਪਤੀ ਹੈ। ਅਖਰੀ ਅਰਥ ਗੁਰੂ ਸਾਹਿਬ ਨੇ ਕਿਹਾ ਕਿ ਆਖਣ ਆਖ ਨਾ ਰੱਜਿਆ। ਇਸ ਤਰ੍ਹਾਂ ਕਦੀ ਵੀ ਸਰੀਰ ਦੀ ਕੋਈ ਵੀ ਭੁੱਖ ਪੂਰੀ ਨਹੀਂ ਹੁੰਦੀ। ਸਰੀਰ ਇੱਛਾਵਾਂ ਨਾਲ ਭਰਿਆ ਹੋਇਆ। ਸੁਣਨ ਨਾ ਰੱਜੇ ਕੰਨ, ਕੰਨ ਕਿਵੇਂ ਰੱਜਣ? ਇਸ ਤਰ੍ਹਾਂ ਆਖ ਕੇ ਜ਼ੁਬਾਨ ਨਹੀਂ ਰੱਜੇਗੀ, ਬੋਲ ਬੋਲ ਕੇ ਕਿਵੇਂ ਰੱਜੇਗੀ? ਗੁਰੂ ਸਾਹਿਬ ਨੇ ਕਿਹਾ ਬੋਲੋ ਸੱਚ ਨਾਮ ਕਰਤਾਰ। ਇਹਦੇ ਨਾਲ ਨਾਮ ਨੂੰ ਬੋਲ, ਤੇਰੀ ਜ਼ੁਬਾਨ ਰੱਜ ਜਾਏਗੀ, ਉਹਨੂੰ ਸ਼ਾਂਤੀ ਆ ਜਾਏਗੀ। ਸੁਣਨ ਨਾ ਰੱਜੇ ਕੰਨ, ਕੰਨ ਨਹੀਂ ਇਸ ਤਰ੍ਹਾਂ ਰੱਜਣਗੇ ਆਪਣੀ ਵਡਿਆਈ ਸੁਣ ਸੁਣ ਕੇ, ਦਿਨ ਰਾਤ ਵਡਿਆਈ ਵਿੱਚ ਪਏ ਰਹਿਣਗੇ। ਤੇ ਕਈ ਤੇ ਲੋਕ, ਮੈਨੂੰ ਇੱਕ ਸੱਜਣ ਮਿਲੇ, ਕਹਿੰਦੇ ਬਹੁਤ ਬੁਰਾ ਹਾਲ। ਕਿਉਂ? ਕਹਿੰਦੇ ਪਹਿਲਾਂ ਰੋਜ਼ ਨਾਮ ਬੋਲਦੇ ਸਨ, ਅੱਜ ਮੇਰਾ ਨਾਮ ਨਹੀਂ ਨੇ ਲਿਆ ਸਟੇਜ ਤੇ। ਕਹਿੰਦੇ ਸਰੀਰ ਡਿੱਗੀ ਜਾਂਦਾ ਹੈ, ਵਡਿਆਈ ਦਾ ਇੰਨਾ ਅਸਰ ਹੈ ਮਨੁੱਖ ਤੇ। ਬਹੁਤਾ ਕੁਝ ਇਹ ਜੀਵਨ ਵਿੱਚ ਚੱਲਦਾ ਹੈ। ਤਾਂ ਕਹਿੰਦੇ ਉਹ ਕੰਨ ਤਾਂ ਰੱਜਣਗੇ ਜੇ ਤੂੰ ਇਹਨਾਂ ਕੰਨਾਂ ਨਾਲ ਪ੍ਰਮਾਤਮਾ ਦਾ ਨਾਮ ਸੁਣੇਗਾ। ਅੱਖੀਂ ਦੇਖ ਨਾ ਰੱਜੀਆਂ, ਵੇਖ ਵੇਖ ਕੇ ਸੰਸਾਰ ਨੂੰ ਅੱਖਾਂ ਨੂੰ ਤ੍ਰਿਪਤੀ ਨਹੀਂ ਆਏਗੀ। ਇਹਨਾਂ ਅੱਖਾਂ ਨਾਲ ਸਾਧ ਸੰਗਤ ਦੇ, ਗੁਰੂ ਦੇ ਦਰਸ਼ਨ ਕਰ, ਫਿਰ ਇਹਨਾਂ ਅੱਖਾਂ ਨੂੰ ਤ੍ਰਿਪਤੀ ਆ ਜਾਏਗੀ। ਗੁਣ ਗਾਹਕ ਇੱਕ ਵਨ, ਇਹ ਜਿੰਨੇ ਇੰਦਰੇ ਨੇ ਇਹਨਾਂ ਦਾ ਇੱਕ ਇੱਕ ਗੁਣ ਦਾ ਅਰਥ ਸੁਭਾਅ ਹੈ। ਇਹ ਇੱਕ ਇੱਕ ਸੁਭਾਵ ਦੇ ਗਾਹਕ ਨੇ। ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ।
ਇਸ ਤਰ੍ਹਾਂ ਤ੍ਰਿਸ਼ਨਾ ਦੇ ਵਿੱਚ ਕਦੀ ਵੀ ਕੋਈ ਮਨੁੱਖ ਰਜਿਆ ਨਹੀਂ, ਔਰ ਨਾ ਹੀ ਬੋਲਿਆ ਭੁੱਖ ਜਾਂਦੀ ਏ, ਭਾਵ ਗੱਲਾਂ ਕੀਤਿਆਂ ਭੁੱਖ ਨਹੀਂ ਮਿਟਦੀ ਜਿੰਨਾ ਚਿਰ ਭੋਜਨ ਨਾ ਖਾਈਏ। ਇਸੇ ਤਰ੍ਹਾਂ ਨਾਨਕ ਭੁੱਖਾ ਤਾਂ ਰੱਜੈ। ਇਸ ਮਨੁੱਖ ਦੀ ਭੁੱਖ ਕਿਵੇਂ ਜਾ ਸਕਦੀ ਹੈ, ਜਾਂ ਕਿਵੇਂ ਰੱਜ ਸਕਦਾ ਹੈ? ਜਾਂ ਗੁਣ ਕਹੇ ਗੁਣੀ ਸਮਾਏ। ਜੇ ਕੋਈ ਮਨੁੱਖ ਗੁਣ ਕਹਿ ਕਹਿ ਕੇ, ਪ੍ਰਮਾਤਮਾ ਦੇ ਗੁਣ ਗਾ ਕੇ, ਗੁਣ ਬੋਲ ਕੇ ਉਹਨਾਂ ਗੁਣਾਂ ਦੇ ਵਿੱਚ ਸਮਾ ਜਾਏ, ਭਾਵ ਪਰਮਾਤਮਾ ਵਰਗਾ ਹੀ ਹੋ ਜਾਏ, ਉਹਦੇ ਸ਼ਬਦ ਦੇ ਅੰਦਰ ਲੀਨ ਹੋ ਜਾਏ, ਤਾਂ ਫਿਰ ਇਹਦੇ ਸਰੀਰ ਦੀਆਂ ਸਾਰੀਆਂ ਭੁੱਖਾਂ ਦੀ ਤ੍ਰਿਪਤੀ ਹੋ ਜਾਂਦੀ। ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਨਾਮ ਹੀ, ਪਰਮਾਤਮਾ ਦਾ ਨਾਮ ਹੀ ਇਸ ਜੀਵਨ ਨੂੰ ਤ੍ਰਿਪਤ ਕਰ ਸਕਦਾ ਹੈ। ਗੁਰੂ ਅੰਗਦ ਦੇਵ ਜੀ ਕਿਰਪਾ ਕਰਨ, ਇਹ ਜਿਹੜੀ ਸਮਝ ਹੈ, ਇਹ ਦਾਤ ਸਾਡੇ ਮਨ ਵਿੱਚ ਟਿਕੇ, ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।